ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਕਰੰਟ ਅਫੇਅਰਸ ਦੀ ਅੱਜ ਸਾਡੀ 16th ਕਲਾਸ ਆ ਤੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੁਹਾਡੀ ਸਾਰਿਆਂ ਦੀ ਜੋ ਪ੍ਰੈਪਰੇਸ਼ਨ ਵਧੀਆ ਚੱਲ ਰਹੀ ਹੋਣੀ ਆ ਤੇ ਜਿਹੜੇ ਬੱਚੇ ਆਨਲਾਈਨ ਬੈਠੇ ਆਵਾਜ਼ ਆ ਰਹੀ ਹੈ ਜੀ, ਇੱਕ ਵਾਰੀ ਮੈਸੇਜ ਕਰਕੇ ਦੱਸ ਦਿਓ ਆਵਾਜ਼ ਆ ਰਹੀ ਹੈ ਸੋ ਦੈਟ ਆਪਾਂ ਆਪਣਾ ਜੋ ਸਾਡਾ ਸੈਸ਼ਨ ਆ ਉਹਨੂੰ ਸਟਾਰਟ ਕਰੀਏ। ਹਾਂਜੀ ਠੀਕ ਹੈ ਜੀ ਕਿਰਨਦੀਪ ਜੀ, ਗੁੱਡ ਈਵਨਿੰਗ ਜੀ, ਗੁੱਡ ਈਵਨਿੰਗ। ਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ, ਤੁਹਾਡੀ ਜੋ ਪ੍ਰੈਪਰੇਸ਼ਨ ਆ ਵਧੀਆ ਚੱਲ ਰਹੀ ਹੋਣੀ ਆ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਣੀ। ਸੋ ਜੇ ਕਿਸੇ ਤਰ੍ਹਾਂ ਦੀ ਕੋਈ ਵੀ ਇਸ਼ੂ ਹੈ ਤੁਹਾਡੀ, ਕਹਿ ਲਓ ਕਿਸੇ ਵੀ ਟੌਪਿਕ ਦੇ ਰਿਗਾਰਡਿੰਗ, ਤੁਹਾਨੂੰ ਕੋਈ ਕਈ ਵਾਰੀ ਹੁੰਦਾ ਨਾ ਕੁਝ ਟੌਪਿਕਸ ਹੁੰਦੇ ਨੇ ਕਰੰਟ ਦੇ ਵਿੱਚ ਹੁੰਦੇ ਨੇ, ਸ਼ਾਇਦ ਉਹਨਾਂ ਨੂੰ ਆਪਾਂ ਡਿਸਕਸ ਕਈ ਵਾਰੀ ਨਹੀਂ ਕਰ ਪਾਉਂਦੇ ਜਾਂ ਕਹਿ ਲਓ ਵੀ ਉਹ ਰੈਲੇਵੈਂਟ ਨਹੀਂ ਲੱਗਦੇ, ਬਟ ਕਈ ਬੱਚਿਆਂ ਨੂੰ ਉਹਨਾਂ ਨੂੰ ਪੜ੍ਹਨ ਦੇ ਵਿੱਚ ਜਾਂ ਸਾਨੂੰ ਲੱਗਦਾ ਕਿ ਉਹ ਤੁਸੀਂ ਖੁਦ ਕਰ ਲਓਗੇ ਹੈ ਨਾ। ਬਟ ਜੇ ਕੋਈ ਉੱਦਾਂ ਦੀ ਕਿਸੇ ਟੌਪਿਕ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕਲਾਸ ਦੇ ਵਿੱਚ ਵੀ ਮੈਸੇਜ ਕਰਕੇ, ਜਿੱਦਾਂ ਕੱਲ੍ਹ ਵੀ ਇੱਕ ਦੋ ਬੱਚਿਆਂ ਨੇ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੀ ਗੱਲ ਕੀਤੀ ਸੀ, ਸੋ ਉੱਦਾਂ ਜੇ ਕੋਈ ਤੁਹਾਨੂੰ ਵੀ ਲੱਗਦਾ ਹੁੰਦਾ ਕੋਈ ਟੌਪਿਕ ਆ ਜੋ ਤੁਸੀਂ ਖੁਦ ਪੜ੍ਹ ਰਹੇ ਹੋ ਜਾਂ ਤੁਹਾਨੂੰ ਸਮਝ ਨਹੀਂ ਆ ਰਹੀ ਜਾਂ ਉਹਦੇ ਬਾਰੇ ਜੋ ਰੈਲੇਵੈਂਟ ਇਨਫੋਰਮੇਸ਼ਨ ਆ ਤੁਹਾਨੂੰ ਇੱਕ ਜਗ੍ਹਾ ਤੋਂ ਨਹੀਂ ਮਿਲ ਰਹੀ, ਤਾਂ ਤੁਸੀਂ ਉਹ ਵੀ ਆਪਣਾ ਮੈਸੇਜ ਕਰਕੇ ਸਾਨੂੰ ਦੱਸ ਸਕਦੇ ਹੋ ਤੇ ਉਹਦੇ 'ਤੇ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਲਈ ਡਿਸਕਸ਼ਨ ਜਾਂ ਟੌਪਿਕਸ ਦੇ ਵਿੱਚ ਸਾਡੀਆਂ ਕਲਾਸਿਸ ਦੇ ਵਿੱਚ ਆਪਾਂ ਉਹ ਟੌਪਿਕ ਨੂੰ ਵੀ ਐਡ ਔਨ ਕਰ ਲਈਏ। ਠੀਕ ਹੈ ਜੀ। ਸੋ ਆਪਾਂ ਅੱਜ ਦੀ ਸਾਡੀ ਕਲਾਸ ਸਟਾਰਟ ਕਰਦੇ ਹਾਂ ਜੀ। ਪਹਿਲਾ ਜੋ ਸਾਡਾ ਟੌਪਿਕ ਹੈ ਦੈਟ ਇਜ਼ ਕਾਲਿੰਗ ਨੇਮ ਪ੍ਰੈਜੈਂਟੇਸ਼ਨ। ਇਹ ਕੱਲ੍ਹ ਆਪਾਂ ਇਹਦੇ ਬਾਰੇ ਸਟਾਰਟ ਕੀਤਾ ਸੀ, ਇਹਦਾ ਕੁਐਸਚਨ ਸੀ ਇਹਦੇ ਰਿਗਾਰਡਿੰਗ, ਉਹ ਕੱਲ੍ਹ ਆਪਾਂ ਡਿਸਕਸ ਕਰ ਲਿਆ ਸੀ ਬਲੂ ਬਗਿੰਗ ਬਾਰੇ, ਤੇ ਅੱਜ ਆਪਾਂ ਇਸ ਟੌਪਿਕ ਬਾਰੇ ਪੜ੍ਹਾਂਗੇ ਕਿਉਂ ਨਿਊਜ਼ ਦੇ ਵਿੱਚ ਆ, ਕਿਉਂ ਸਾਡੇ ਲਈ ਰੈਲੇਵੈਂਟ ਆ, ਤੇ ਇਹ ਹੈ ਕੀ ਆ ਕਾਲਿੰਗ ਨੇਮ ਪ੍ਰੈਜੈਂਟੇਸ਼ਨ, ਚੀਜ਼ ਕੀ ਹੈ ਇਹ। ਠੀਕ ਹੈ ਜੀ। ਵਾਈ ਇਨ ਨਿਊਜ਼। ਹਾਂਜੀ ਗੁੱਡ ਈਵਨਿੰਗ ਜੀ ਦਿਕਸ਼ਾ ਜੀ, ਮਨਦੀਪ ਜੀ ਗੁੱਡ ਈਵਨਿੰਗ। ਰੀਸੈਂਟਲੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਪ੍ਰਪੋਜ਼ ਕੀਤਾ, ਹੈਜ਼ ਪ੍ਰਪੋਜ਼ਡ ਫॉर ਇੰਟਰੋਡਕਸ਼ਨ ਆਫ ਕਾਲਿੰਗ ਨੇਮ ਪ੍ਰੈਜੈਂਟੇਸ਼ਨ। ਠੀਕ ਹੈ ਜੀ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਜੋ ਇੱਕ ਸਟੈਚੂਟਰੀ ਬੋਡੀ ਆ ਮਿਨਿਸਟਰੀ ਆਫ ਟੈਲੀਕਮਿਊਨੀਕੇਸ਼ਨ ਦੇ ਅੰਡਰ, ਉਹਨਾਂ ਨੇ ਕਾਲਿੰਗ ਨੇਮ ਪ੍ਰੈਜੈਂਟੇਸ਼ਨ ਦਾ ਇੱਕ ਨਵਾਂ ਕਹਿ ਲਓ ਇੱਕ ਫੀਚਰ ਪ੍ਰਪੋਜ਼ ਕੀਤਾ ਜੋ ਸਾਡੇ ਮੋਬਾਈਲ ਫੋਨਸ ਨੇ ਜਾਂ ਟੈਲੀਕਾਮ ਨੈਟਵਰਕਸ ਨੇ ਉਹਨਾਂ ਦੇ ਵਿੱਚ ਐਡ ਔਨ ਕਰਨ ਦੇ ਲਈ। ਠੀਕ ਹੈ ਜੀ। ਇਹ ਹੈ ਕੀ ਆ, ਕਿਉਂ ਸਾਡੇ ਲਈ ਰੈਲੇਵੈਂਟ ਆ ਇਹ। ਵਟ ਇਜ਼ CNAP? ਕਾਲਿੰਗ ਨੇਮ ਪ੍ਰੈਜੈਂਟੇਸ਼ਨ is proposed as a new feature to be introduced in telecommunication networks. ਪਹਿਲੀ ਗੱਲ ਤਾਂ ਤੁਸੀਂ ਧਿਆਨ ਰੱਖਿਓ ਜੋ CNAP ਆ, it is related to telecommunication networks. ਠੀਕ ਹੈ ਜੀ। calling name presentation is related to what? It is related to telecommunication networks. ਤੇ ਇਹਦਾ ਕੰਮ ਕੀ ਆ? that will help individuals to get the information about the calling parties. ਜਿਹੜੇ ਵੀ ਸਾਨੂੰ ਕੋਈ ਕਈ ਵਾਰੀ ਹੁੰਦਾ ਨਾ ਕੁਝ unknown numbers ਹੁੰਦੇ ਨੇ ਜਿਨ੍ਹਾਂ ਤੋਂ ਸਾਨੂੰ ਕਾਲ ਆਉਂਦੀ ਆ, ਉਹਨਾਂ ਅਨਨੋਨ ਨੰਬਰਸ ਦੀ ਆਈਡੈਂਟੀਟੀ ਪ੍ਰੋਵਾਈਡ ਕਰਨ ਦੇ ਲਈ, ਕਿਉਂਕਿ ਹੁੰਦਾ ਕੀ ਆ ਬਹੁਤ ਸਾਰੇ ਇੱਦਾਂ ਦੀਆਂ ਕਾਲਸ ਆਉਂਦੀਆਂ ਨੇ ਜਦੋਂ ਸਾਨੂੰ ਲੱਗਦਾ ਕਿ ਸ਼ਾਇਦ ਹੋ ਸਕਦਾ ਹੈ ਕੋਈ ਟੈਲੀਕਾਮ ਕੰਪਨੀਜ਼ ਦੀਆਂ ਜਾਂ ਕਿਸੇ ਜੋ ਵੀ ਸਰਵਿਸ ਪ੍ਰੋਵਾਈਡਰਸ ਨੇ ਉਹ ਆਪਣੀ ਕਹਿ ਲਓ ਐਡਵਰਟੀਜ਼ਮੈਂਟ ਦੇ ਲਈ ਜਾਂ ਕੁਝ ਆਪਣੇ ਆਫਰਸ ਦੱਸਣ ਦੇ ਲਈ ਸਾਨੂੰ ਕਾਲ ਕਰ ਰਹੇ ਨੇ, ਸਾਨੂੰ ਉਹ ਇਰਰੈਲੇਵੈਂਟ ਕਾਲਸ ਲੱਗਦੀਆਂ ਨੇ ਤੇ ਅਸੀਂ ਉਹਨਾਂ ਨੂੰ ਕਈ ਵਾਰੀ ਨਹੀਂ ਰਿਸੀਵ ਕਰਦੇ ਹੈ ਨਾ। ਬਟ ਹੋ ਸਕਦਾ ਉਹ ਕਾਲਸ ਕਿਸੇ ਹੋਰ ਬੰਦੇ ਦੀਆਂ ਹੋਣ, ਹੋ ਸਕਦਾ ਸਾਡੇ ਲਈ ਜ਼ਰੂਰੀ ਹੋਵੇ ਉਹ। ਸੋ ਉਸ ਚੀਜ਼ ਨੂੰ ਉਹਨਾਂ ਦੋਨਾਂ ਦੇ ਵਿੱਚ ਡਿਫਰੈਂਸ਼ੀਏਟ ਕਰਨ ਦੇ ਲਈ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਇੱਕ ਨਵਾਂ ਫੀਚਰ ਪ੍ਰਪੋਜ਼ ਕੀਤਾ, ਦੈਟ ਇਜ਼ ਕਾਲਿੰਗ ਨੇਮ ਪ੍ਰੈਜੈਂਟੇਸ਼ਨ, ਜੋ ਕਾਲਰ ਦੀ ਆਈਡੈਂਟੀਟੀ ਤੁਹਾਨੂੰ ਦੱਸੂਗਾ, ਉਹਦਾ ਨੇਮ ਤੁਹਾਨੂੰ ਪ੍ਰੋਵਾਈਡ ਕਰੂਗਾ। ਠੀਕ ਹੈ ਜੀ। The facility will display the name of the caller on mobile phones to check fraud calls and pesky, मतलब ये भी जो अनइंटेंडेड मतलब कि जो कुछ
ਅਨਇੰਟੈਂਸ਼ਨਲ कह लो ਜਾਂ ਅਨਇੰਟੈਂਸ਼ਨਲ ਨਹੀਂ ਕਹਿ ਸਕਦਾ, ਜੋ ਸਾਨੂੰ ਇਰੀਟੇਟਿੰਗ ਕਾਲਸ ਹੁੰਦੀ ਹੈ ਨਾ, ਕੁਝ ਕਹਿੰਦੇ ਬਾਰ-ਬਾਰ ਕੋਈ ਸਾਨੂੰ ਚੀਜ਼ ਜਿਹਦੇ ਵਿੱਚ ਅਸੀਂ ਇੰਟਰਸਟਡ ਨਹੀਂ ਹੈ, ਕੋਈ ਉੱਦਾਂ ਦੀ ਕੋਈ ਚੀਜ਼ ਸਾਨੂੰ ਜਿਹੜੀ ਟਰਬਲ ਕਰ ਰਹੀ ਹੈ, ਸਾਡੇ ਲਈ ਪ੍ਰੋਬਲਮ ਕ੍ਰੀਏਟ ਕਰ ਰਹੀ ਹੈ, ਉਹਨੂੰ ਕਹਿ ਦਿੰਦੇ ਆ ਪਸਕੀ। ਤੇ ਉੱਦਾਂ ਦੀਆਂ ਕਾਲਸ ਨੂੰ ਉਹਨਾਂ ਦੇ ਜੋ ਨੇਮ ਹੋਣਗੇ ਕਾਲਰਸ ਦੇ, ਉਹ ਡਿਸਪਲੇ ਕਰਨ ਦੇ ਲਈ ਕਾਲਿੰਗ ਨੇਮ ਪ੍ਰੈਜੈਂਟੇਸ਼ਨ ਇੱਕ ਨਵਾਂ ਫੀਚਰ ਪ੍ਰਪੋਜ਼ ਕੀਤਾ ਗਿਆ। ਠੀਕ ਹੈ ਜੀ, ਵਾਈ ਇਜ਼ ਇਟ ਰਿਕੁਆਇਰਡ, ਇਹ ਸਾਡੇ ਲਈ ਜ਼ਰੂਰਤ ਕਿਉਂ ਹੈ? ਕਿਉਂਕਿ ਸਾਨੂੰ ਪਤਾ ਇਸ ਤੋਂ ਪਹਿਲਾਂ ਟਰੂ ਕਾਲਰ ਵੀ, ਟਰੂ ਕਾਲਰ ਇੱਕ ਐਪ ਆ ਜੋ ਇਦਾਂ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ, ਉਹ ਹੈ, ਬਟ ਉਹਦੇ ਬਾਅਦ ਵੀ, ਹਾਂਜੀ ਮਨਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ, ਤੇ ਉਹਦੇ ਬਾਅਦ ਵੀ ਆਪਾਂ ਇਹਨੂੰ ਲੈ ਕੇ ਆਉਣ ਦੀ ਕੀ ਜ਼ਰੂਰਤ ਪੈ ਗਈ? ਕਿਉਂ ਨਵਾਂ ਇੱਕ ਫੀਚਰ, ਇੱਕ ਦੋ ਫੀਚਰਸ ਇਦਾਂ ਦੇ ਪਹਿਲਾਂ ਇਦਾਂ ਦੀਆਂ ਐਪਲੀਕੇਸ਼ਨਸ ਹੈਗੀਆਂ ਨੇ ਜੋ ਇਹ ਸਰਵਿਸਿਜ਼ ਪ੍ਰੋਵਾਈਡ ਕਰ ਰਹੀਆਂ ਨੇ, ਬਟ ਸਟਿਲ ਬਾਏ ਅ ਨਿਊ feature or by a new system has been proposed according to Truecallers, very important. Recently Truecaller ने ना एक data, एक report launch की थी, that is 2021 global spam and scam report. Truecaller ਦੀ ਰਿਪੋਰਟ ਆ ਜੀ, ਪੁੱਛਿਆ ਜਾ ਸਕਦਾ ਤੁਹਾਨੂੰ ਕਿ ਰਿਪੋਰਟ ਕਿਹਦੀ ਆ? 2021 global spam and scam report is launched by Truecaller. According to this report, every month average number of spam calls per users in India ਕਿੰਨੀਆਂ ਨੇ ਜੀ? 16.8 spam calls ਨੇ, ਮਤਲਬ ਕਿ ਜਿਹੜੀਆਂ ਰਿਕੁਆਇਰਡ ਨਹੀਂ ਹੁੰਦੀਆਂ। ਠੀਕ ਹੈ ਜੀ, ਵਾਧੂ ਕਾਲਸ ਹੁੰਦੀਆਂ ਨੇ ਜੋ ਇੱਕ ਬੰਦੇ ਨੂੰ ਡਿਸਟਰਬ ਕਰਦੀਆਂ ਨੇ, ਉਹ ਹੋ ਸਕਦਾ ਉਹਨਾਂ ਕਾਲਸ ਕਰਕੇ ਕੁਝ ਹੋਰ ਇੰਪੋਰਟੈਂਟ ਕਾਲਸ ਵੀ ਅਸੀਂ ਮਿਸ ਕਰ ਦਿੰਦੇ ਹੋਈਏ, ਹੈ ਨਾ। ਇੰਨਾ ਨੰਬਰ ਆ, ਇਹ Truecaller ਦੀ ਰਿਪੋਰਟ ਆ। ਪਲੱਸ ਇੱਕ ਤਾਂ ਇਹ ਕਾਰਨ ਆ ਵੀ ਸਾਨੂੰ ਇੱਦਾਂ ਦੀ ਐਪਲੀਕੇਸ਼ਨ ਇੱਕ ਰਿਕੁਆਇਰਡ ਆ, ਸੋ ਦੈਟ ਅਸੀਂ ਕਾਲਰ ਦੀ ਆਈਡੈਂਟੀਟੀ ਤੋਂ ਜਾਣੂ ਹੋ ਸਕੀਏ। ਅਸੀਂ ਇਹ ਕਹਿ ਲਓ ਵੀ ਕਾਲ ਰਿਸੀਵ ਕਰਨੀ ਆ ਕਿ ਨਹੀਂ ਕਰਨੀ, ਉਹਦਾ ਜੋ ਡਿਸੀਜ਼ਨ ਆ ਸਾਡਾ, ਉਹ ਪ੍ਰੋਪਰ ਕਹਿ ਲਓ ਵੀ ਔਨ ਦਾ ਬੇਸਿਸ ਆਫ ਦਾ ਆਈਡੈਂਟੀਟੀ ਆਫ ਕਾਲਰ ਹੋਵੇ, ਹੈ ਨਾ। ਮਤਲਬ ਇਹ ਨਹੀਂ ਆਪਾਂ ਸੋਚ ਕੇ ਨਾ, ਆਪਾਂ ਉਹੀ ਨਾ ਵੀ ਗੈਸ ਕਰਕੇ ਨਾ ਕਰੀਏ, ਤਾਂ ਕਿ ਕੁਝ ਇੰਪੋਰਟੈਂਟ ਕਾਲਸ ਮਿਸ ਨਾ ਹੋਣ ਤੇ ਸਪੈਮ ਕਾਲਸ ਵੀ ਘਟਣ। ਤੇ ਇਹ ਹੋ ਗਿਆ। ਦੈਨ ਵਾਟ ਇਜ਼ ਦਾ ਪ੍ਰੈਜ਼ੈਂਟ ਮੈਕੈਨਿਜ਼ਮ, ਜੋ ਤੁਹਾਨੂੰ ਦੱਸਿਆ ਵੀ ਐਜ਼ ਆਫ ਨਾਓ ਮੋਬਾਈਲ ਐਪਸ ਇਨਕਲੂਡਿੰਗ Truecaller, ਇੱਕ Truecaller ਹੈ ਜੀ, ਇੱਕ ਭਾਰਤ ਕਾਲਰ ਆਈਡੀ ਪ੍ਰੋਵਾਈਡ ਸੱਚ ਫੈਸਿਲਿਟੀਜ਼, ਬਟ ਇਹ ਬਹੁਤ ਜ਼ਿਆਦਾ ਰਿਲਾਇਬਲ ਨਹੀਂ ਹੈ। ਠੀਕ ਹੈ, ਤਾਂ ਕਰਕੇ ਇਦਾਂ ਦਾ ਇੱਕ ਨਵਾਂ ਫੀਚਰ ਪ੍ਰਪੋਜ਼ ਕੀਤਾ, ਹਲੇ ਇੰਪਲੀਮੈਂਟ ਨਹੀਂ ਹੋਇਆ। ਇਹ ਹਲੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਪ੍ਰਪੋਜ਼ ਕੀਤਾ, ਤੇ ਇਹਨੂੰ ਮਿਡ ਆਫ ਜਨਵਰੀ 2023 ਤੱਕ ਇੰਪਲੀਮੈਂਟ ਕਰਨ ਦੀ ਪ੍ਰਪੋਜ਼ਲ ਹੈ। ਜੇ ਉਦੋਂ ਤੱਕ ਮਤਲਬ ਕਿ ਜੋ ਵੀ ਇਹਨਾਂ ਦੇ ਪਬਲਿਕ ਤੋਂ ਰਿਵਿਊਜ਼ ਲੈ ਜਾ ਰਹੇ ਨੇ ਉਹਨਾਂ ਦੇ ਬੇਸਿਸ ਤੇ ਫਿਰ ਦੁਬਾਰਾ ਇੱਕ ਮਿਡ ਜਨਵਰੀ ਦੇ ਵਿੱਚ ਇਹ ਆਪਣਾ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਪਣਾ ਡਿਸੀਜਨ ਅੱਗੇ ਲੈਣਗੇ ਇੰਪਲੀਮੈਂਟ ਕਰਨਾ ਕਿ ਨਹੀਂ ਕਰਨਾ। ਹਾਲੇ ਇੰਪਲੀਮੈਂਟ ਨਹੀਂ ਹੋਇਆ, ਬਟ ਕਾਲਿੰਗ ਨੇਮ ਪ੍ਰੈਜੈਂਟੇਸ਼ਨ ਟੈਲੀਕਾਮ ਰੈਗੂਲੇਟਰੀ ਅਥਾਰਟੀ ਨੇ ਪ੍ਰਪੋਜ਼ ਕੀਤਾ। ਇਟ ਇਜ਼ ਰਿਲੇਟਡ ਟੂ ਟੈਲੀਕਮਿਊਨੀਕੇਸ਼ਨ ਨੈਟਵਰਕਸ। ਠੀਕ ਹੈ ਜੀ। ਦੈਨ ਸੈਕੰਡ ਜੋ ਸਾਡਾ ਟੌਪਿਕ ਹੈ, ਦੈਟ ਇਜ਼ ਸੈਂਟਰਲ ਇੰਡੀਆ ਸੈਂਟਰਲ ਏਸ਼ੀਆ ਰਿਲੇਸ਼ਨਸ। ਤੁਹਾਡੇ ਲਈ ਕੁਐਸਚਨ ਹੈ, ਕੰਸੀਡਰ ਦਾ ਫੋਲੋਇੰਗ ਅਬਾਊਟ TAPI, ਤਾਪੀ ਗੈਸ ਪਾਈਪਲਾਈਨ। ਇਹਦੇ ਬਾਰੇ ਤੁਸੀਂ ਇਹਨੂੰ ਆਪਾਂ ਇਹਦੀ ਇੱਕ ਫੁੱਲ ਫਾਰਮ ਆ, ਬਟ ਇਹਨੂੰ ਤਾਪੀ ਗੈਸ ਪਾਈਪਲਾਈਨ ਬਹੁਤ ਕਾਮਨਲੀ ਕਿਹਾ ਜਾਂਦਾ ਇਹਨੂੰ। ਇਹਦੇ ਬਾਰੇ ਕੰਸੀਡਰ ਕਰੋ ਫੋਲੋਇੰਗ ਸਟੇਟਮੈਂਟਸ। ਫਸਟ, ਦ ਗੈਸ ਪਾਈਪਲਾਈਨ ਓਰੀਜਿਨੇਟਸ ਫਰੋਮ ਤਾਜਿਕਿਸਤਾਨ ਐਂਡ ਵਿਲ ਕਲਮੀਨੇਟ ਇਨ ਇੰਡੀਆ। ਠੀਕ ਹੈ ਜੀ, ਫਸਟ ਸਟੇਟਮੈਂਟ ਤੁਹਾਨੂੰ ਇਹ ਹੈ। ਸੈਕੰਡ ਸਟੇਟਮੈਂਟ ਇਜ਼ ਦ ਪਾਈਪਲਾਈਨ ਇਜ਼ ਪਲਾਨ ਟੂ ਬ੍ਰਿੰਗ ਨੈਚੁਰਲ ਗੈਸ ਫਰੋਮ ਸੈਂਟਰਲ ਏਸ਼ੀਆ ਟੂ ਬਠਿੰਡਾ ਇਨ ਪੰਜਾਬ। ਤੁਸੀਂ ਦੱਸਣਾ ਤਾਪੀ ਗੈਸ ਪਾਈਪਲਾਈਨ ਬਾਰੇ ਇਹਨਾਂ ਚੋਂ ਕਿਹੜੀ ਸਟੇਟਮੈਂਟ ਠੀਕ ਹੈ। ਦੋਨੋਂ ਠੀਕ ਨੇ ਜਾਂ ਇੱਕ ਠੀਕ ਆ ਜਾਂ ਕੋਈ ਵੀ ਠੀਕ ਨਹੀਂ ਹੈ। ਠੀਕ ਹੈ ਜੀ, ਮਤਲਬ ਬੋਥ ਆਰ ਕਰੈਕਟ ਔਰ ਬੋਥ ਆਰ ਰੋਂਗ। ਫਸਟ ਸਟੇਟਮੈਂਟ ਤੁਹਾਨੂੰ ਸੀ ਤਾਪੀ ਹੈ ਜੋ ਤਾਜਿਕਿਸਤਾਨ ਤੋਂ ਨੈਚੁਰਲ ਗੈਸ ਲੈ ਕੇ ਆਊ ਇੰਡੀਆ ਦੇ ਵਿੱਚ। ਸੈਕੰਡ ਵਨ ਵਾਜ਼ ਦ ਗੈਸ ਇਜ਼ ਪਲਾਨਡ ਟੂ ਕਮ ਇਨ ਬਠਿੰਡਾ। ਠੀਕ ਹੈ ਜੀ, ਸੈਂਟਰਲ ਏਸ਼ੀਆ ਤੋਂ ਬਠਿੰਡੇ ਆਊਗੀ ਕਹਿੰਦੇ ਗੈਸ। ਚਲੋ ਇਹ ਆਨਸਰ ਕਰਿਓ ਤੇ ਫਿਰ ਆਪਾਂ ਨਿਊਜ਼ ਪੜ੍ਹਦੇ ਹਾਂ। ਵਾਈ ਨਿਊਜ਼? ਬਿਕੋਜ਼ ਰੀਸੈਂਟਲੀ ਜੋ ਇੰਡੀਆ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ, ਉਹਨਾਂ ਨੇ ਜੋ 5 ਸੈਂਟਰਲ ਏਸ਼ੀਅਨ ਨੇਸ਼ਨਸ ਨੇ ਉਹਨਾਂ ਦੇ ਜੋ ਕਾਊਂਟਰ ਪਾਰਟਸ ਨੇ, ਮਤਲਬ ਉੱਥੋਂ ਦੀਆਂ ਸਿਕਿਉਰਿਟੀ ਜੋ ਉੱਥੋਂ ਦੇ ਸਿਕਿਉਰਿਟੀ ਐਡਵਾਈਜ਼ਰਸ ਨੇ, ਉਹਨਾਂ ਦੇ ਨਾਲ ਫਸਟ ਇੱਕ ਮੀਟਿੰਗ ਕੀਤੀ ਆ। ਕਿੱਥੇ? ਦਿੱਲੀ ਦੇ ਵਿੱਚ ਹੋਈ ਆ ਰੀਸੈਂਟਲੀ। ਠੀਕ ਹੈ ਜੀ, ਦੈਟਸ ਵਾਈ ਇੰਡੀਆ ਸੈਂਟਰਲ ਏਸ਼ੀਆ ਰਿਲੇਸ਼ਨਸ ਵਰ ਇਨ ਨਿਊਜ਼। ਤੇ ਸੈਂਟਰਲ ਏਸ਼ੀਆ ਦੇ ਵਿੱਚ ਕਿਹੜੀਆਂ ਕਿਹੜੀਆਂ ਕੰਟਰੀਜ਼ ਹੁੰਦੀਆਂ ਨੇ? ਪਹਿਲੀ ਗੱਲ ਜੋ ਸਾਡੇ ਲਈ ਇੰਪੋਰਟੈਂਟ ਵੀ ਹੈ, ਇਹ ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਤਾਜਿਕਿਸਤਾਨ, ਕਿਰਗਿਸਤਾਨ ਐਂਡ ਕਜ਼ਾਕਿਸਤਾਨ। ਠੀਕ ਹੈ ਜੀ, ਇਹ 5 ਕੰਟਰੀਜ਼ ਨੇ ਜੋ ਸੈਂਟਰਲ ਏਸ਼ੀਆ ਦੀਆਂ ਨੇ। ਤੇ ਇਹਨਾਂ ਦੇ ਸਿਕਿਉਰਿਟੀ ਐਡਵਾਈਜ਼ਰਸ ਦੇ ਨਾਲ
ਇੰਡੀਆ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਉਹਨਾਂ ਨੇ ਰੀਸੈਂਟਲੀ ਇੱਕ ਮੀਟਿੰਗ ਕੀਤੀ ਆ। ਫਸਟ ਜਿਵੇਂ ਕਜ਼ਾਕਿਸਤਾਨ ਆ ਗਿਆ, ਇਹਦੀ ਕੈਪੀਟਲ ਹੈ ਜੀ ਨੂਰ ਸੁਲਤਾਨ, ਦੈਨ ਕਿਰਗਿਸਤਾਨ ਬਿਸ਼ਕੇਕ, ਦੈਨ ਤਜਿਕਿਸਤਾਨ ਦੁਸ਼ਨਵੇ, ਦੈਨ ਤੁਰਕਮੇਨਿਸਤਾਨ ਅਸ਼ਗਾਬਾਦ, ਉਜ਼ਬੇਕਿਸਤਾਨ ਤਾਸ਼ਕੰਦ। ਠੀਕ ਹੈ ਜੀ, ਇਹ 5 ਕੰਟਰੀਜ਼ ਨੇ ਸੈਂਟਰਲ ਏਸ਼ੀਆ ਦੀਆਂ। ਇਹਨਾਂ ਦੀਆਂ ਕੈਪੀਟਲਸ ਵੀ ਤੁਹਾਨੂੰ ਪੁੱਛੀਆਂ ਜਾ ਸਕਦੀਆਂ ਨੇ। ਠੀਕ ਹੈ, ਕਿਉਂਕਿ ਇੰਪੋਰਟੈਂਟ ਕਿਉਂ ਨੇ, ਕਿਉਂਕਿ ਇਸ 2022 ਦੇ ਵਿੱਚ ਜਦੋਂ ਸਾਡਾ ਰਿਪਬਲਿਕ ਡੇ ਸੈਲੀਬ੍ਰੇਸ਼ਨ ਹੋਈ ਸੀ, ਕਿਉਂਕਿ ਅਸੀਂ ਹਰ ਸਾਲ ਰਿਪਬਲਿਕ ਡੇ ਤੇ ਇੰਡੀਪੈਂਡੈਂਸ ਡੇ ਤੇ ਕੁਝ ਫੋਰਨ ਗੈਸਟਸ ਨੂੰ ਇਨਵਾਈਟ ਕਰਦੇ ਹਾਂ, ਤੇ 2022 ਦੇ ਵਿੱਚ ਜਦੋਂ ਰਿਪਬਲਿਕ ਡੇ ਸੈਲੀਬ੍ਰੇਸ਼ਨ ਹੋਈ ਸੀ ਉਸ ਟਾਈਮ ਤੇ ਸੈਂਟਰਲ ਏਸ਼ੀਅਨ ਕੰਟਰੀਜ਼ ਦੇ ਜੋ ਲੀਡਰਸ ਨੇ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਸੀ, ਬਟ ਡਿਊ ਟੂ ਕੋਵਿਡ ਉਹ ਇਨ ਪਰਸਨ ਤਾਂ ਨਹੀਂ ਆਏ, ਉਹਨਾਂ ਦੇ ਨਾਲ ਕਹਿ ਲਓ ਵਰਚੁਅਲ ਇੱਕ ਮੀਟਿੰਗ ਪ੍ਰਾਈਮ ਮਿਨਿਸਟਰ ਮੋਦੀ ਨੇ ਹੋਸਟ ਕੀਤੀ ਸੀ। ਠੀਕ ਹੈ ਜੀ, ਤਾਂ ਲਈ ਦੈਟਸ ਵਾਈ ਜੋ ਸੈਂਟਰਲ ਏਸ਼ੀਅਨ ਨੇਸ਼ਨਸ ਨੇ ਸਾਡੇ ਲਈ ਇੰਪੋਰਟੈਂਟ ਨੇ। ਪਲੱਸ ਹੁਣ ਰੀਸੈਂਟਲੀ ਸਾਡੇ ਸਿਕਿਉਰਿਟੀ ਐਡਵਾਈਜ਼ਰ ਦੀ ਉਹਨਾਂ ਦੇ ਨਾਲ ਇੱਕ ਮੀਟਿੰਗ ਹੋਈ ਹੈ। ਸੋ ਇਹਨਾਂ ਦੀਆਂ ਕੈਪੀਟਲਸ ਵੀ ਯਾਦ ਕਰ ਸਕਦੇ ਹੋ ਤੁਸੀਂ, ਕਰਨੀਆਂ ਪੈ ਸਕਦੀਆਂ, ਪੁੱਛੀਆਂ ਜਾ ਸਕਦੀਆਂ ਪੇਪਰ ਦੇ ਵਿੱਚ, ਜਿਵੇਂ ਤੁਹਾਨੂੰ ਦੱਸਿਆ ਕਿ ਰਿਪਬਲਿਕ ਡੇ ਤੇ ਬੁਲਾਇਆ ਸੀ ਇਹਨਾਂ ਨੂੰ ਜੀ। ਦੈਨ ਵਾਈ ਸੈਂਟਰਲ ਏਸ਼ੀਆ ਇਜ਼ ਇੰਪੋਰਟੈਂਟ ਫॉर ਇੰਡੀਆ, ਇਹ ਆਪਾਂ ਕਈ ਵਾਰੀ ਮੇਨਸ ਦੇ ਵਿੱਚ ਵੀ ਪੁੱਛਿਆ ਜਾ ਸਕਦਾ ਜੀ, ਇਹ ਕਿ ਸੈਂਟਰਲ ਏਸ਼ੀਆ ਸਾਡੇ ਲਈ ਇੰਪੋਰਟੈਂਟ ਕਿਉਂ ਆ। ਕੁਛ ਉੱਦਾਂ ਦੇ ਪੁਆਇੰਟਸ ਜਿਨ੍ਹਾਂ ਪੁਆਇੰਟਸ ਕਰਕੇ ਸਾਡੇ ਲਈ ਬਹੁਤ ਰੈਲੇਵੈਂਟ ਨੇ ਸਾਡੇ ਰਿਲੇਸ਼ਨ ਵਿਦ ਸੈਂਟਰਲ ਏਸ਼ੀਆ। ਫਸਟ ਇਜ਼ ਐਨਰਜੀ ਸਿਕਿਉਰਿਟੀ, ਬਿਕੋਜ਼ ਸਾਨੂੰ ਪਤਾ ਕਿ ਅਸੀਂ ਸਾਡੀ ਜੋ ਐਨਰਜੀ ਰਿਕੁਆਇਰਮੈਂਟਸ ਨੇ ਉਹਦੇ ਲਈ ਅਸੀਂ ਬਹੁਤ ਇੰਪੋਰਟ ਕਰਦੇ ਹਾਂ ਬਾਹਰੋਂ, ਹੈ ਨਾ। ਸਾਡੇ ਕੋਲੇ ਨੈਚੁਰਲ ਗੈਸ ਦੀ ਪ੍ਰੋਡਕਸ਼ਨ ਉਨੀ ਨਹੀਂ ਹੈ, ਜਾਂ ਅਸੀਂ ਕਰੂਡ ਆਇਲ ਲੈਂਦੇ ਹਾਂ ਉਹ ਵੀ ਬਾਹਰੋਂ, ਉਹ ਵੀ ਆਪਾਂ ਫੋਰਨ ਕੰਟਰੀਜ਼ ਤੋਂ ਇੰਪੋਰਟ ਕਰਦੇ ਹਾਂ। ਬਟ ਜਿਹੜਾ ਸੈਂਟਰਲ ਏਸ਼ੀਅਨ ਨੇਸ਼ਨ ਆ ਇਹ ਮਿਨਰਲਸ ਦੇ ਵਿੱਚ ਬਹੁਤ ਜ਼ਿਆਦਾ ਰਿਚ ਆ, ਸੋ ਅਸੀਂ ਉੱਥੋਂ ਸਾਡੀ ਐਨਰਜੀ ਰਿਕੁਆਇਰਮੈਂਟ ਆ ਜੋ ਉਹਨੂੰ ਅਸੀਂ ਮੀਟ ਕਰ ਸਕਦੇ ਹਾਂ। ਰਿਚ ਇਨ ਮਿਨਰਲ ਐਂਡ ਨੈਚੁਰਲ ਰਿਸੋਰਸਿਸ, ਉਹਦੀਆਂ ਕੁਝ ਐਗਜ਼ਾਮਪਲਸ ਤੁਹਾਡੇ ਲਈ ਲਿਖੀਆਂ ਇੱਥੇ। Central Asia is rich in mineral and natural resources. For example, Kazakhstan has one of the biggest uranium reserves. ठीक है जी, यूरेनियम साडा जो न्यूक्लियर पावर प्लांट्स ने साडे उन्हां दे लई जरूरी है। Then Kyrgyzstan is rich in gold and Turkmenistan has one of the world's largest natural gas reserves. Very important. ठीक है जी, so ये साडा हो गया, ये rich in mineral resources हो गया। That's why ये साडे एनर्जी सिक्योरिटी दी जिहड़ी डिमांड आ, साडी जरूरत आ, उन्होंने फुलफिल कर सकता। द प्रपोज्ड तुर्कमेनिस्तान, अफगानिस्तान, पाकिस्तान एंड इंडिया गैस पाइपलाइन, तापी पाइपलाइन की फुल फॉर्म है जी तुर्कमेनिस्तान, अफगानिस्तान, पाकिस्तान एंड इंडिया। ठीक है, दैन फ्रॉम सिक्योरिटी पॉइंट ऑफ व्यू जे आप गल करिए उस रीजन की सेंट्रल एशिया, आप जिवें तुहानूं पहला मैप दे विच देखिया सी अफगानिस्तान बिल्कुल नाल आ देखो आ रहा अफगानिस्तान। ठीक है जी, तो आप नीचे पाकिस्तान भी आ जाता। चलो अफगानिस्तान के आपको पता भी रिसेंटली तालिबान ने टेक ओवर कर लिया, तालिबान ने गवर्नमेंट उत्थे बना ली। तालिबान एक मिलीटेंट ऑर्गेनाइजेशन है। सो जे असीं चाहुंदे आ कि उस रीजन दे विच सिक्योरिटी मेनटेन होवे तां सानूं इन्हां दे नाल रिलेशनस भी जां कह लो उस एरिया दे विच सिक्योरिटी मेनटेन करन दे विच सैंट्रल एशियन नेशनस दा बहुत बड़ा इंपॉर्टेंट रोल है। ठीक है, सो उस रीजन की ओवरऑल सिक्योरिटी दे लई भी साडे लई इंपॉर्टेंट है। तो अफगानिस्तान दे विच साडी बहुत इन्वेस्टमेंट्स ने, नीचे ईरान दे विच इन्वेस्टमेंट्स ने। सो जे उत्थे कोई सिक्योरिटी लैप्स हुंदा जां कह लो कि उदां दी कंडीशनस आउंदियां ने जिन्हां दे नाल साडे इन्वेस्टमेंट नूं जो उत्थे असीं इंफ्रास्ट्रक्चर डिवेलप कीता उहनूं भी खतरा हो सकदा। ठीक है, सो वो चीज़ां दी सेफ्टी नूं इंश्योर करन दे लई ओवरऑल रीजन दे विच जिहड़ी सिक्योरिटी आ उहनूं सिक्योर करन दे वास्ते, सिक्योरिटी नूं मेनटेन करन वास्ते सैंट्रल एशियन नेशनस दा इंपॉर्टेंट रोल है। Then to counter China's influence in the region। ठीक है जी, चाइना का इन्फ्लुएंस उस रीजन दे विच है, उत्थे चाइना बहुत इन्वेस्टमेंट कर रहा, उस चीज़ नूं काउंटर करन दे लई भी साडे रिलेशनस ने जिहड़े सैंट्रल एशियन कंट्रीज दे नाल वधिया होने चाहिए ने। दैन जे आपां गल करिए फॉर कनैक्टिविटी विद यूरप इंपॉर्टेंट इंक्लूडिंग इंटरनेशनल नॉर्थ साउथ ट्रांसपोर्ट कॉरीडोर। क्योंकि जे असीं गल करदे आ जे जिवें मैप से इदों चलो वर्ल्ड का मैप नहीं, जो आप अगे यूरोप के नाल जां वैसटर्न जां अपना एशिया का जो अगे वाला पार्ट आ जां यूरोपीयन नेशनस ने उन्होंने नाल जे आप कनैक्टिविटी मेनटेन करनी आ जां एक रूट ले अभी आप कोई भी लैंड रूट जां कह लो सी रूट के थ्रू नॉर्मली जी हुण साडी ट्रेड आ वो सी रूट के थ्रू होंदी आ, तो सानू बहुत उपर दी घूम के आना पैंदा है ना, मैडिटेरेनियन सी होके जाना पैंदा। बट जे साडे रिलेशन सैंट्रल एशिया के नाल ठीक होणगे तां असीं वाया सैंट्रल एशिया भी यूरोप के नाल ट्रेड कर सकते हैं। सानू एक
ਆਲਟਰਨੇਟਿਵ ਰੂਟ ਪ੍ਰੋਵਾਈਡ ਹੋ ਸਕਦਾ ਜਿਹੜਾ ਜਿਹਦੇ ਚ ਡਿਸਟੈਂਸ ਵੀ ਘੱਟ ਲੱਗੂ, ਟਾਈਮ ਵੀ ਘੱਟ ਲੱਗੂ ਤੇ ਫਿਊਲ ਕੰਜ਼ੰਪਸ਼ਨ ਵੀ ਘੱਟ ਹੋਊ। ਦੈਨ ਫਿਰ ਆਪਾਂ ਗੱਲ ਕਰੀਏ ਤਾਂ ਕਰੰਟ ਸਟੇਟਸ ਆਫ ਇੰਡੀਆਜ਼ ਇੰਗੇਜਮੈਂਟ ਵਿਦ ਸੈਂਟਰਲ ਏਸ਼ੀਆ, ਜੋ ਇਸ ਟਾਈਮ ਤੇ ਸਾਡੇ ਉਹਨਾਂ ਨਾਲ ਰਿਲੇਸ਼ਨਸ ਨੇ, ਇਕਨੋਮਿਕ ਰਿਲੇਸ਼ਨਸ ਦੀ ਗੱਲ ਕਰੀਏ ਤਾਂ ਕਿਹੋ ਜਿਹੇ ਨੇ। ਦ ਕਰੰਟ ਇੰਡੀਆ ਹੈਜ਼ ਅ ਡੈਡੀਕੇਟਡ ਪਾਲਿਸੀ, ਇੰਡੀਆ ਦੀ ਸਿੰਸ 2012 ਤੋਂ ਇੱਕ ਡੈਡੀਕੇਟਡ ਪਾਲਿਸੀ ਆ ਆਪਣੇ ਰਿਲੇਸ਼ਨਸ ਸੈਂਟਰਲ ਏਸ਼ੀਆ ਨਾਲ ਇੰਪਰੂਵ ਕਰਨ ਦੇ ਲਈ। ਉਹਦਾ ਨਾਮ ਹੈ ਕਨੈਕਟ ਸੈਂਟਰਲ ਏਸ਼ੀਆ, ਪਾਲਿਸੀ ਦਾ ਨਾਮ ਹੈ ਜੀ ਕਨੈਕਟ ਸੈਂਟਰਲ ਏਸ਼ੀਆ, ਜਿਹੜੀ 2012 ਤੋਂ ਇੰਪਲੀਮੈਂਟਡ ਆ। ਬਟ ਸਟਿਲ ਇਹ ਪਾਲਿਸੀ ਦੇ ਹੁੰਦੇ ਹੋਏ ਵੀ ਸਾਡੇ ਜਿਹੜੇ ਇਕਨੋਮਿਕ ਰਿਲੇਸ਼ਨਸ ਨੇ, ਬਾਈਲੇਟਰਲ ਟ੍ਰੇਡ ਆ ਸੈਂਟਰਲ ਏਸ਼ੀਆ ਦੇ ਨਾਲ ਬਹੁਤ ਮਾਈਨਿਊਟ ਅਮਾਊਂਟ ਦੇ ਵਿੱਚ ਆ। ਐਨੂਅਲੀ ਅਸੀਂ $2 ਬਿਲੀਅਨ ਦੀ ਹੀ ਟ੍ਰੇਡ ਕਰ ਰਹੇ ਹਾਂ ਇਹਨਾਂ ਦੇ ਨਾਲ। India's trade with the region is just $2 billion, whereas China ਦੀ around $50 billion ਟ੍ਰੇਡ ਆ ਸੈਂਟਰਲ ਏਸ਼ੀਆ ਦੇ ਨਾਲ। ਦੇਖੋ ਚਾਈਨਾ ਦਾ ਕਿੰਨਾ ਜ਼ਿਆਦਾ ਇਨਫਲੂਐਂਸ ਆ ਉਸ ਏਰੀਆ ਦੇ ਵਿੱਚ ਐਜ਼ ਕੰਪੇਅਰ ਟੂ ਇੰਡੀਆ। ਤੇ ਜੇ ਇੰਡੀਆ ਕਹਿ ਲਓ ਵੀ ਸਸਟੇਨੇਬਲ ਡਿਵੈਲਪਮੈਂਟ ਜਾਂ ਕਹਿ ਲਓ ਵੀ ਇੱਕ ਰੀਜਨਲ ਪਾਵਰ ਜਾਂ ਗਲੋਬਲ ਪਾਵਰ ਬਣਨਾ ਚਾਹੁੰਦਾ ਤਾਂ ਸਾਨੂੰ ਚਾਈਨਾ ਨਾਲ ਕੰਪੀਟ ਕਰਨਾ ਪੈਣਾ। ਤੇ ਜਿਹੜੇ ਵੀ ਸਾਡੇ ਬਾਇਲੇਟਰਲ ਰਿਲੇਸ਼ਨਸ ਨੇ ਇੱਦਾਂ ਦੀਆਂ ਕੰਟਰੀਜ਼ ਦੇ ਨਾਲ ਜਿਹੜੀਆਂ ਰਿਸੋਰਸ ਰਿਚ ਨੇ, ਜਿੱਥੋਂ ਅਸੀਂ ਆਪਣੀਆਂ ਜੋ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਮੀਟ ਕਰ ਸਕਦੇ, ਉਹਨਾਂ ਦੇ ਨਾਲ ਬਾਇਲੇਟਰਲ ਰਿਲੇਸ਼ਨਸ ਹੋਰ ਇੰਪਰੂਵ ਕਰਨੇ ਪੈਣਗੇ। ਤੇ ਫਿਰ ਆਪਾਂ ਕੁਝ ਇਹਦੇ ਨਾਲ ਐਸੋਸੀਏਟਡ ਟੌਪਿਕਸ ਨੇ, ਕੁਝ ਰਿਲੇਟਡ ਟੌਪਿਕਸ ਨੇ ਸੈਂਟਰਲ ਏਸ਼ੀਆ ਦੇ ਨਾਲ, ਉਹਨਾਂ ਬਾਰੇ ਗੱਲ ਕਰਾਂਗੇ। ਉਹਨਾਂ 'ਚ ਇੱਕ ਤਾਂ ਸਾਡਾ INSTC, ਜਿਵੇਂ ਆਪਾਂ ਗੱਲ ਕੀਤੀ ਸੀ, ਇੰਟਰਨੈਸ਼ਨਲ ਨਾਰਥ ਸਾਊਥ ਟਰਾਂਸਪੋਰਟ ਕੋਰੀਡੋਰ। ਤੇ ਇੱਕ ਇੰਪੋਰਟੈਂਟ ਹੈ ਜੀ ਅਸ਼ਗਾਬਾਦ ਐਗਰੀਮੈਂਟ, ਵੈਰੀ ਇੰਪੋਰਟੈਂਟ। ਅਸ਼ਗਾਬਾਦ ਐਗਰੀਮੈਂਟ ਕੀ ਹੈ ਜੀ? ਇਹ ਇੱਕ ਮਲਟੀ ਮੋਡਲ ਟਰਾਂਸਪੋਰਟ ਐਗਰੀਮੈਂਟ ਹੈ। ਮਲਟੀ ਮੋਡਲ ਮਤਲਬ ਕਿ ਲੈਂਡ ਰੂਟ, ਕਈ ਤਰ੍ਹਾਂ ਦੇ ਮੋਡਸ ਆਫ ਟਰਾਂਸਪੋਰਟੇਸ਼ਨ ਰੂਟਸ ਹੋਣਗੇ ਇਹਦੇ ਵਿੱਚ, ਡਿਫਰੈਂਟ ਰੂਟਸ ਆਫ ਟਰਾਂਸਪੋਰਟੇਸ਼ਨ। ਜਿੱਦਾਂ ਮੋਡ ਆਫ ਟਰਾਂਸਪੋਰਟੇਸ਼ਨ ਕਹਿ ਲਈਏ, ਲੈਂਡ ਰੂਟ ਹੋ ਸਕਦਾ, ਸੀ ਰੂਟ ਹੋ ਸਕਦਾ, ਰੇਲ ਰੂਟ ਹੋ ਸਕਦਾ, ਠੀਕ ਹੈ ਜੀ, ਉਹ ਮਲਟੀ ਮੋਡਲ ਹੋ ਗਿਆ। ਇਜ਼ ਅ ਮਲਟੀ ਮੋਡਲ ਟਰਾਂਸਪੋਰਟ ਐਗਰੀਮੈਂਟ ਬਿਟਵੀਨ ਗਵਰਨਮੈਂਟਸ ਆਫ ਕਿਹੜੀਆਂ ਗਵਰਨਮੈਂਟਸ ਨੇ, ਯਾਦ ਰੱਖਿਓ। ਅਸ਼ਗਾਬਾਦ ਐਗਰੀਮੈਂਟ ਦੇ ਵਿੱਚ ਕਿਹੜੀਆਂ ਮੈਂਬਰ ਕੰਟਰੀਜ਼ ਨੇ, ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਕਜ਼ਾਕਿਸਤਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਈਰਾਨ, ਇੰਡੀਆ, ਪਾਕਿਸਤਾਨ, ਓਮਾਨ, ਠੀਕ ਹੈ ਜੀ। ਤੁਰਕਮੇਨਿਸਤਾਨ ਦੀ ਕੈਪੀਟਲ ਹੈ ਜੀ ਅਸ਼ਗਾਬਾਦ। ਤੇ 3 ਸੈਂਟਰਲ ਏਸ਼ੀਅਨ ਨੇਸ਼ਨਸ ਨੇ, ਦੈਨ ਈਰਾਨ, ਇੰਡੀਆ, ਪਾਕਿਸਤਾਨ ਐਂਡ ਓਮਾਨ, ਠੀਕ ਹੈ ਜੀ। ਕਿਉਂ ਹੈ ਇਹ? ਫॉर ਕ੍ਰੀਏਟਿੰਗ ਐਨ ਇੰਟਰਨੈਸ਼ਨਲ ਟਰਾਂਸਪੋਰਟ ਐਂਡ ਟ੍ਰਾਂਜ਼ਿਟ ਕੋਰੀਡੋਰ ਟੂ ਫੈਸਿਲਿਟੇਟ ਟਰਾਂਸਪੋਰਟੇਸ਼ਨ ਆਫ ਗੁੱਡਸ ਬਿਟਵੀਨ ਸੈਂਟਰਲ ਏਸ਼ੀਆ ਐਂਡ ਪਰਸ਼ੀਅਨ ਗਲਫ, ਠੀਕ ਹੈ ਜੀ। ਸੈਂਟਰਲ ਏਸ਼ੀਆ ਤੇ ਪਰਸ਼ੀਅਨ ਗਲਫ ਦੇ ਵਿੱਚ ਟਰਾਂਸਪੋਰਟੇਸ਼ਨ ਜਾਂ ਕਹਿ ਲਓ ਜਾਂ ਇੰਪੋਰਟ ਐਕਸਪੋਰਟ ਆਫ ਗੁੱਡਸ ਨੂੰ ਜਾਂ ਟ੍ਰੇਡ ਆਫ ਗੁੱਡਸ ਨੂੰ ਇੰਪਰੂਵ ਕਰਨ ਦੇ ਲਈ, ਉਹਨਾਂ ਦੀ ਮੂਵਮੈਂਟ ਨੂੰ ਈਜ਼ ਕਰਨ ਦੇ ਲਈ, ਫੈਸਿਲੀਟੇਟ ਕਰਨ ਦੇ ਲਈ ਅਸ਼ਗਾਬਾਦ ਐਗਰੀਮੈਂਟ ਹੈ ਜਿਹੜਾ ਮਲਟੀ ਮੋਡਲ ਟਰਾਂਸਪੋਰਟ ਕੋਰੀਡੋਰ ਆ। ਇਹਦੇ ਮੈਂਬਰ ਕੰਟਰੀਜ਼ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਤੇ ਬਣਿਆ ਕਦੋਂ ਸੀ ਇਹ? 2016 ਦੇ ਵਿੱਚ ਬਣਾਇਆ ਗਿਆ ਸੀ। ਕੇਮ ਇਨਟੂ ਫੋਰਸ ਇਨ April 2016 ਐਂਡ ਇੰਡੀਆ ਜੁਆਇਨਡ ਇਟ ਇਨ 2018। ਇੰਡੀਆ ਨੇ 2018 ਜੁਆਇਨ ਕੀਤਾ ਜੀ ਇਹਨੂੰ। Then next जो important topic है that is international north south transport corridor, very important। international north south transport corridor कहते it is a multi-mode network for freight movement between Indian Ocean and Caspian Sea via Persian Gulf। ਜਿਹੜਾ ਸੀ ਅਸ਼ਗਾਬਾਦ ਐਗਰੀਮੈਂਟ ਉਹ ਸੀਗਾ ਪਰਸ਼ੀਅਨ ਗਲਫ ਤੇ ਸੈਂਟਰਲ ਏਸ਼ੀਆ, ਉਹਨਾਂ ਦੇ ਵਿੱਚ ਸੀ। ਬਟ ਜੋ ਸਾਡਾ ਇੰਟਰਨੈਸ਼ਨਲ ਨਾਰਥ ਸਾਊਥ ਟਰਾਂਸਪੋਰਟ ਕੋਰੀਡੋਰ ਹੈ, ਇਹ ਹੈ ਇੰਡੀਅਨ ਓਸ਼ੀਅਨ ਐਂਡ ਕੈਸਪੀਅਨ ਸੀ। ਕੈਸਪੀਅਨ ਸੀ ਤੁਹਾਨੂੰ ਪਤਾ ਉੱਪਰ ਹੈ ਯੂਰਪ ਦੇ ਵਿੱਚ। ਤੇ ਉਹਨਾਂ ਦੇ ਵਿੱਚ ਜੋ ਸਾਡੇ ਟਰਾਂਸਪੋਰਟੇਸ਼ਨ ਆ, ਉਹਨਾਂ ਦੇ ਵਿੱਚ ਕਹਿ ਲਓ ਗੁੱਡਸ ਦੀ ਮੂਵਮੈਂਟ ਆ, ਉਹਨੂੰ ਫੈਸਿਲੀਟੇਟ ਕਰਨ ਦੇ ਲਈ ਇਹ ਇੱਕ ਟਰਾਂਸਪੋਰਟ ਕੋਰੀਡੋਰ ਪ੍ਰਪੋਜ਼ ਕੀਤਾ ਗਿਆ। ਤੇ ਇਹਦੇ ਬਾਰੇ ਜੇ ਆ ਦੇਖੋ, ਮੁੰਬਈ ਤੋਂ ਸਟਾਰਟ ਹੋ ਕੇ ਮਤਲਬ ਇੱਥੇ ਹੋ ਗਿਆ ਇੰਡੀਅਨ ਓਸ਼ਨ, ਹਾਂਜੀ ਮੁੰਬਈ, ਇਹ ਸਾਰਾ ਇੰਡੀਅਨ ਓਸ਼ਨ ਆ ਸਾਡਾ, ਜਿਵੇਂ ਤੁਹਾਨੂੰ ਪਤਾ ਅਰੇਬੀਅਨ ਸੀ ਹੋ ਗਈ ਹੈ ਨਾ। ਦੈਨ ਬਾਂਦਰਾਬਾਸ ਈਰਾਨ ਦਾ ਏਰੀਆ ਹੋ ਗਿਆ, ਅਜ਼ਰਬਾਈਜਾਨ, ਮਾਸਕੋ ਰਸ਼ੀਆ, ਇੱਥੇ ਹੁੰਦਾ ਹੋਇਆ ਯੂਰਪ ਦੇ ਵਿੱਚ ਚਲੇ ਜਾਣੇ ਨੇ। ਇਹ ਤਾਂ ਸਾਡਾ ਹੈ ਜੋ ਇੰਟਰਨੈਸ਼ਨਲ ਨਾਰਥ ਸਾਊਥ ਟਰਾਂਸਪੋਰਟ ਕੋਰੀਡੋਰ ਹੈ, ਜੋ ਹਲੇ ਫੁੱਲੀ ਕਹਿ ਲਓ ਵੀ ਵਰਕਿੰਗ ਦੇ ਵਿੱਚ ਨਹੀਂ ਆਇਆ। ਕੁਝ ਸੈਗਮੈਂਟਸ ਇਹਦੀਆਂ ਚੱਲ ਰਹੀਆਂ ਨੇ, ਹਲੇ ਪੂਰੇ ਦਾ ਪੂਰਾ ਨਹੀਂ ਸਟਾਰਟ ਹੋਇਆ, ਹਲੇ ਪੂਰਾ ਨਹੀਂ ਹੈ ਆਪਣੇ ਕੋਲੇ ਸਟਾਰਟ ਕੀਤਾ। ਤੇ ਆਹ ਸਾਡਾ ਜੋ ਟ੍ਰੈਡੀਸ਼ਨਲ ਰੂਟ ਆ, ਜੋ ਪਹਿਲਾਂ ਅਸੀਂ ਰੂਟ ਫੋਲੋ ਕਰਦੇ ਹਾਂ, ਜੇ ਅਸੀਂ ਯੂਰਪ ਦੇ ਨਾਲ ਕੋਈ ਟ੍ਰੇਡ ਕਰਨੀ ਆ
ਜਾਂ कह लो रशिया सेंट पीटर्सबर्ग ना करनी है तो कित्थों दी जाने ਅਸੀਂ ਜਾਂਦੇ जी सियूज कनाल इधर दी अपने को रैड सी हो के फिर मैਡੀਟੇਰੀਅਨ सी फिर इधर दी अपना अटलांटिक ओशन नॉर्थ सी ਇੰਨਾ ਦੂਰ ਦੀ ਪਹਿਲਾਂ ਘੁੰਮ ਕੇ ਆਉਣਾ ਪੈ ਰਿਹਾ ਸਾਨੂੰ ਕਿਉਂ ਕਿਉਂਕਿ ਸਾਨੂੰ ਡਾਇਰੈਕਟ ਐਕਸੈਸ ਨਹੀਂ ਹੈ ਉੱਥੋਂ ਨੂੰ ਬਟ ਜੇ ਹੁਣ ਆਪਾਂ ਇੰਟਰਨੈਸ਼ਨਲ ਨਾਰਥ ਸਾਊਥ ਟਰਾਂਸਪੋਰਟ ਕੋਰੀਡੋਰ ਇੰਪਲੀਮੈਂਟ ਹੋ ਗਿਆ ਜਦੋਂ ਫੁੱਲੀ ਉਹ ਚੱਲ ਪਿਆ ਜਦੋਂ ਤੇ ਉਦੋਂ ਸਾਡਾ ਕਿੰਨਾ ਡਿਸਟੈਂਸ ਘਟ ਜਾਣਾ ਕਿੰਨਾ ਟਾਈਮ ਘਟ ਜਾਣਾ ਤੇ ਕਿੰਨਾ ਸਾਡੀ ਇੰਪੋਰਟ ਕਾਸਟ ਘਟ ਜੂ ਉਹਦੇ ਨਾਲ ਠੀਕ ਹੈ ਜੀ ਤਾਂ ਉਹਨਾਂ ਚੀਜ਼ਾਂ ਕਰਕੇ ਸਾਡੇ ਲਈ ਇੰਪੋਰਟੈਂਟ ਹੈ ਇਹ 2020 ਦੇ ਵਿੱਚ ਐਸਟੈਬਲਿਸ਼ ਕੀਤਾ ਗਿਆ ਸੀ ਜੀ ਇਨ ਸੇਂਟ ਪੀਟਰਸਬਰਗ ਬਾਈ ਈਰਾਨ ਰਸ਼ੀਆ ਐਂਡ ਇੰਡੀਆ ਲੇਟਰ ਔਨ ਹੋਰ ਕੰਟਰੀਜ਼ ਨੇ ਇਹਨੂੰ ਜੁਆਇਨ ਕੀਤਾ ਉਹ ਕਿਹੜੀਆਂ ਨੇ ਇਹਦੇ ਜਿਹੜੇ ਫਾਊਂਡਰ ਮੈਂਬਰ ਸੀਗੇ ਉਹ ਸੀਗੇ ਇੰਡੀਆ ਰਸ਼ੀਆ ਐਂਡ ਈਰਾਨ ਲੇਟਰ ਔਨ ਅਦਰ ਮੈਂਬਰਸ ਅਜ਼ਰਬਾਈਜਾਨ ਆਰਮੇਨੀਆ ਕਜ਼ਾਕਿਸਤਾਨ ਕਿਰਗਿਸਤਾਨ ਤਜਿਕਿਸਤਾਨ ਤੁਰਕੀ ਯੂਕਰੇਨ ਬੇਲਾਰਸ ਓਮਾਨ ਸੀਰੀਆ ਇਹਨਾਂ ਨੇ ਵੀ ਇਹਨੂੰ ਜੁਆਇਨ ਕੀਤਾ ਪਲੱਸ ਇੱਕ ਇਹਦਾ ਆਬਜ਼ਰਵਰ ਮੈਂਬਰ ਹੈ ਦੈਟ ਇਜ਼ ਬੁਲਗੇਰੀਆ ਠੀਕ ਹੈ ਜੀ ਇਹ ਸਾਡਾ ਸਾਰਾ ਸੈਂਟਰਲ ਏਸ਼ੀਆ ਦੇ ਥਰੂ ਹੋ ਕੇ ਜਾ ਰਿਹਾ ਤਾਂ ਸੈਂਟਰਲ ਏਸ਼ੀਆ ਦੇ ਨਾਲ ਜਦੋਂ ਆਪਾਂ ਰਿਲੇਸ਼ਨਸ ਕਰ ਰਹੇ ਹਾਂ ਡਿਸਕਸ ਤਾਂ ਆਪਾਂ ਇਸ ਟੌਪਿਕਸ ਨੂੰ ਨਾਲ ਡਿਸਕਸ ਕੀਤਾ ਇੱਕ ਸਾਡਾ ਹੈਗਾ ਈਰਾਨ ਦੇ ਵਿੱਚ ਸਾਡਾ ਜਿਹੜਾ ਈਰਾਨ ਵੀ ਇਹਦੇ ਨਾਲ ਇੱਕ ਰਿਲੇਟਡ ਟੌਪਿਕ ਹੈ ਕਿਉਂਕਿ ਉੱਥੇ ਵੀ ਪੋਰਟ ਡਿਵੈਲਪਮੈਂਟ ਕਰ ਰਹੇ ਹਾਂ ਈਰਾਨ ਦੇ ਵਿੱਚ ਉੱਥੇ ਇਨਫਰਾਸਟਰਕਚਰ ਡਿਵੈਲਪ ਕਰ ਰਹੇ ਹਾਂ ਰੋਡ ਕਨੈਕਟੀਵਿਟੀ ਉੱਥੋਂ ਆਪਾਂ ਅਫਗਾਨਿਸਤਾਨ ਨੂੰ ਇੱਕ ਰੋਡ ਪ੍ਰੋਵਾਈਡ ਕਰ ਰਹੇ ਹਾਂ ਜੇਲਾਦਰਾਮ ਉੱਥੇ ਆਪਣੀ ਰੇਲ ਕੋਰੀਡੋਰ ਪ੍ਰੋਵਾਈਡ ਕਰ ਰਹੇ ਹਾਂ ਉਹਨਾਂ ਨੂੰ ਸੋ ਉਹ ਚੀਜ਼ਾਂ ਵੀ ਨਾਲ ਸਾਨੂੰ ਕਰਨੀਆਂ ਪੈਣੀਆਂ ਉਹਨਾਂ ਬਾਰੇ ਵੀ ਪੜ੍ਹਨਾ ਪੈਣਾ ਠੀਕ ਹੈ ਜੀ ਤੇ ਹੁਣ ਸਾਡਾ ਜੋ ਕੁਐਸਚਨ ਆਪਾਂ ਕੀਤਾ ਸੀ ਤਾਪੀ ਗੈਸ ਪਾਈਪਲਾਈਨ ਬਾਰੇ ਉਹਦੇ ਦੋਨੇ ਸਟੇਟਮੈਂਟਸ ਗਲਤ ਨੇ ਇੱਕ ਬੱਚੇ ਨੇ ਆਨਸਰ ਕੀਤਾ ਹਲੇ ਤੱਕ ਉਹਦਾ ਗੈਸ ਪਾਈਪਲਾਈਨ ਓਰੀਜਿਨੇਟਸ ਫਰਮ ਤਜਿਕਿਸਤਾਨ ਤੋਂ ਨਹੀਂ ਜੀ ਤੁਰਕਮੇਨਿਸਤਾਨ ਤੋਂ ਓਰੀਜਨ ਹੁੰਦੀ ਹੈ ਇਹ ਠੀਕ ਹੈ ਜੀ ਇਟ ਓਰੀਜਿਨੇਟਸ ਫਰਮ ਤੁਰਕਮੇਨਿਸਤਾਨ ठीक है जी तो द पाइपलाइन इज प्लान टू ब्रिंग गैस फ्रॉम सेंट्रल एशिया टू बठिंडा नहीं है फाजिलका है ठीक है कित्थे आउणी है जी पंजाब दे विच ये आउणी है फाजिलका दे विच हाँ जी चाहबार पोर्ट तो ये अपनी जो सेंट्रल एशिया दे नाल जो तापी गैस पाइपलाइन है ये फाजिलका आउणी है बठिंडा नहीं आउणी ध्यान रखियो फिर सारा नैक्सट टॉपिक है जो दैट इज ट्रेडिशनल स्पोर्ट्स एक छोटा जहा टॉपिक है विद रेफरेंस टू क्वेश्चन कंसिडर करो विद रेफरेंस टू इंडियाज कल्चर एंड ट्रेडिशन बट इज कलारीपयट्टू ये यूपीएससी ने 2015-16 शायद क्वेश्चन पूछा सी वॉट इज कलारीपयट्टू की है जी ये ऑप्शनस तुहाडे लई ने It is an ancient bhakti cult of Shaivism. Second, it is an ancient style of bronze and brass work found in southern India. Third, it is an ancient form of dance drama in northern part of Malabar. Fourth, it is an ancient martial art and living tradition in parts of South India. ਇਹ क्वेश्चन पूछा गया ਸੀ UPSC द्वारा ट्रेडिशनल एक साड़ियाँ कह लो कुछ कल्चर का पार्ट ने ट्रेडिशन का पार्ट ने जो लंबे समय तो चलते आ रहे हैं हले भी उन्होंने प्रैक्टिस किया जा रहा उहदे रिगार्डिंग रिसेंटली साडी जो मिनिस्ट्री ऑफ यूथ अफेयर्स एंड स्पोर्ट्स उन्होंने कुछ ट्रेडिशनल स्पोर्ट्स नूं इंटरनैशनल लैवल ते प्रमोट करने की गल की है तां करके साडे लई वो ट्रेडिशनल स्पोर्ट्स इंपॉर्टेंट ने ते उन्हां दे विचों एक साडा पंजाब दी एक जो स्पोर्ट कह लो जां एक मार्शल आर्ट फॉर्म आ साडी गतका कहने असीं वो भी उहदे विच इनकलूडिड है किहड़ियां स्पोर्ट्स की गल की है जी ਜਾਂ ਕਿਹੜੀਆਂ ट्रेडिशनल आर्ट फॉर्म्स की गल की है फस्ट इज योगासन योगा दैन गेम हैगी है मलखंभ वेरी इंपॉर्टेंट मलखंभ एक ट्रेडिशनल जिमें जिमनास्टिक होंदी है ना उस तरह परफॉर्म की जाती है ये बहुत सारिया स्टेट्स के विच मेनली महाराष्ट्र गुजरात एंड MP तो 2-3 साल पहला MP ने मलखंभ नूं अपनी स्टेट गेम डिकलेयर किया ठीक है जी मलखंभ महाराष्ट्र गुजरात MP मेनली इन्होंने स्टेट्स के परफॉर्म की जाती है पूछे जा सकते हैं मैच द फॉलोइंग कि इन्होंने कि जो गेम आ वो कि हाँ जी मनदीप जी ठीक है जी हाँ कई बच्चे ने आंसर किया रमन मंगला जी आंसर कर रहे हैं मनदीप ने किया ठीक है जी सही आंसर कर रहे हो तुसीं मलखंभ जिमनास्टिक एक
एक ट्रेडिशनल फॉर्म ऑफ जिमनास्टिक आ ਜਿਹੜਾ ਆਪਣੇ ਕੋਲੇ ਮਹਾਰਾਸ਼ਟਰ ਗੁਜਰਾਤ ਐਮਪੀ ਚ ਹੁੰਦਾ। ਦੈਨ ਥਾਂਗਟਾ ਮਾਰਸ਼ਲ ਆਰਟ ਆ ਜੀ ਮਨੀਪੁਰ ਦੀ, ਤੇ ਕਲਪੇਟਾ ਇਹ ਵੀ ਕੇਰਲ ਦੀ ਇੱਕ ਗੇਮ ਆ। ਦੈਨ ਗੱਤਕਾ ਆਫ ਪੰਜਾਬ। ਇਹਨਾਂ 4 ਗੇਮਸ ਪਲੱਸ ਯੋਗਾਸਨ, ਇਹਨਾਂ 5 ਨੂੰ ਇੰਟਰਨੈਸ਼ਨਲ ਲੈਵਲ ਤੇ ਪ੍ਰਮੋਟ ਕਰਨ ਦੀ ਰੀਸੈਂਟਲੀ ਗੱਲ ਕੀਤੀ ਗਈ ਆ ਬਾਏ ਮਿਨਿਸਟਰੀ ਆਫ ਯੂਥ ਅਫੇਅਰਸ ਐਂਡ ਸਪੋਰਟਸ। ਤੇ ਜੋ ਕਲਾਰੀਪੇਟੂ ਬਾਰੇ ਕੁਐਸਚਨ ਸੀਗਾ ਉਹ ਇੱਕ ਮਾਰਸ਼ਲ ਆਰਟ ਆ ਸਾਊਥ ਇੰਡੀਆ ਦੀ, ਠੀਕ ਹੈ ਜੀ, ਇਜ਼ ਅ ਮਾਰਸ਼ਲ ਆਰਟ ਫਰੋਮ ਸਾਊਥ ਇੰਡੀਆ। ਸੋ ਇਹਦਾ ਆਨਸਰ ਹੋ ਗਿਆ 4th। ਤੇ ਨੈਕਸਟ ਸਾਡਾ ਜੋ ਟੌਪਿਕ ਹੈ ਦੈਟ ਇਜ਼ ਏਅਰ ਬ੍ਰੀਥਿੰਗ ਇੰਜਨਸ, ਵੈਰੀ ਇੰਪੋਰਟੈਂਟ। YN News recently 11-second hot test of air breathing scramjet engine was successfully conducted by ISRO। ਜਦੋਂ ਆਪਾਂ ਰੌਕਟ ਲਾਂਚਰਸ ਦੀ ਗੱਲ ਕਰਦੇ ਆ ਨਾ, ਉਹਨਾਂ ਦੇ ਵਿੱਚ ਹੀ ਇੱਕ ਟਾਈਪਸ ਆਫ ਇੰਜਨਸ ਹੁੰਦੇ ਨੇ। ਇੱਕ ਹੁੰਦਾ ਸਕ੍ਰੈਮਜੈਟ, ਜਾਂ ਆਪਾਂ ਕਹਿੰਦੇ ਏਅਰ ਬ੍ਰੀਥਿੰਗ ਪ੍ਰੋਪਲਸ਼ਨ ਕਹਿ ਦਿੰਦੇ ਆ, ਏਅਰ ਬ੍ਰੀਥਿੰਗ ਸਿਸਟਮ ਕਹਿ ਦਿੰਦੇ ਆ। ਉਹਨਾਂ ਦੇ ਅੱਗੇ ਟਾਈਪਸ ਨੇ, ਇੱਕ ਸਕ੍ਰੈਮਜੈਟ ਆ, ਇੱਕ ਰੈਮਜੈਟ ਆ। ਉਹਨਾਂ ਦੇ ਵਿੱਚੋਂ ਰੈਮਜੈਟ ਦਾ ਆਪਾਂ ਆਲਰੇਡੀ ਯੂਜ਼ ਕਰ ਰਹੇ ਹਾਂ, ਬਟ ਹੁਣ ਸਕ੍ਰੈਮਜੈਟ ਇੰਜਨ ਆ ਜੋ ਉਹਦੇ ਕਹਿ ਲਓ ਉਹਦੇ ਟਰਾਇਲਸ ਚੱਲ ਰਹੇ ਨੇ ਜਾਂ ਉਹਦੀ ਡਿਵੈਲਪਮੈਂਟ ਚੱਲ ਰਹੀ ਹੈ। ਤੇ ਉਹਨਾਂ ਦੇ ਰਿਗਾਰਡਿੰਗ ਹੀ ਕੁਝ ਰੀਸੈਂਟਲੀ ਇਸਰੋ ਨੇ ਇੱਕ ਟੈਸਟ ਕੰਡਕਟ ਕੀਤਾ, ਹੌਟ ਟੈਸਟ ਕਹਿੰਦੇ ਨੇ। ਹੌਟ ਟੈਸਟ ਮੇਨਲੀ ਇੱਕ ਪ੍ਰੋਡਕਸ਼ਨ ਟਾਈਮ ਦੇ ਜੋ ਪ੍ਰੋਡਕਸ਼ਨ ਹੋ ਰਹੀ ਹੈ ਕਿਸੇ ਵੀ ਇੰਜਨ ਦੀ, ਉਹ ਐਟ ਦਾ ਟਾਈਮ ਆਫ ਪ੍ਰੋਡਕਸ਼ਨ ਟੈਸਟ ਕੀਤਾ ਜਾਂਦਾ, ਤਾਂ ਕਿ ਜਿਹੜੇ ਪੈਰਾਮੀਟਰਸ ਤੇ ਉਹਨੇ ਫੰਕਸ਼ਨ ਕਰਨਾ ਇੰਜਨ ਨੇ ਉਹਨਾਂ ਨੂੰ ਦੇਖਿਆ ਜਾਂਦਾ ਵੀ ਉਹ ਸਹੀ ਪਰਫਾਰਮ ਕਰ ਰਿਹਾ ਕਿ ਨਹੀਂ ਕਰ ਰਿਹਾ। ਸੋ ਉਹ ਟੈਸਟ ਸਕ੍ਰੈਮਜੈਟ ਇੰਜਨ ਦਾ ਸਕਸੈਸਫੁਲੀ ਕੰਡਕਟ ਕੀਤਾ ਰੀਸੈਂਟਲੀ ਇਸਰੋ ਨੇ। ਤੇ ਹੁਣ ਆਪਾਂ ਗੱਲ ਕਰਾਂਗੇ ਏਅਰ ਬ੍ਰੀਥਿੰਗ ਇੰਜਨਸ ਹੁੰਦੇ ਕੀ ਨੇ, ਇਹਦੇ ਕੀ ਬੈਨੀਫਿਟਸ ਨੇ, ਕਿਉਂ ਆਪਾਂ ਇਹਨਾਂ ਨੂੰ ਕਹਿ ਲਓ ਵੀ ਦੂਸਰੇ ਇੰਜਨ ਨੂੰ ਛੱਡ ਕੇ ਨਵਿਆਂ ਨੂੰ ਕਿਉਂ ਡਿਵੈਲਪ ਕਰ ਰਹੇ ਹਾਂ, ਉਹਦੇ ਕੀ ਸਾਨੂੰ ਬੈਨੀਫਿਟਸ ਮਿਲਣਗੇ ਕੁਝ। ਫਸਟ ਇਜ਼ ਦੀਜ਼ ਆਰ ਇੰਜਨਸ ਦੈਟ ਯੂਜ਼, ਜਿਵੇਂ ਗੱਲ ਕਰ ਰਹੇ ਨਾ ਆਪਾਂ ਏਅਰ ਬ੍ਰੀਥਿੰਗ ਦਾ ਮਤਲਬ ਹੈ ਇਹਨਾਂ ਇੰਜਨਸ ਨੇ ਹਵਾ ਦੇ ਵਿੱਚ ਜੋ ਆਕਸੀਜਨ ਆ ਉਸ ਆਕਸੀਜਨ ਨੂੰ ਯੂਜ਼ ਕਰਕੇ ਐਜ਼ ਅ ਆਕਸੀਡਾਈਜ਼ਰ ਯੂਜ਼ ਕਰਨਾ ਆਪਣੇ ਫਿਊਲ ਨੂੰ ਦੇ ਕੰਬਸ਼ਨ ਦੇ ਲਈ, ਠੀਕ ਹੈ ਜੀ। ਆਪਣੇ ਫਿਊਲ ਜੋ ਵੀ ਫਿਊਲ ਇਹਨਾਂ ਨੇ ਯੂਜ਼ ਕਰਨਾ ਉਸ ਫਿਊਲ ਨੂੰ ਬਾਲਣ ਦੇ ਲਈ, ਉਹਨੂੰ ਉਸ ਦੇ ਕੰਬਸ਼ਨ ਦੇ ਲਈ ਜਿਹੜਾ ਆਕਸੀਡਾਈਜ਼ਰ ਚਾਹੀਦਾ ਦੈਟ ਇਜ਼ ਆਕਸੀਜਨ, ਉਹ ਡਾਇਰੈਕਟਲੀ ਫਰੋਮ ਐਟਮੋਸਫੀਅਰ, ਡਾਇਰੈਕਟਲੀ ਫਰੋਮ ਏਅਰ ਲੈਣਗੇ ਉਹ, ਠੀਕ ਹੈ। ਇਹ ਆ ਏਅਰ ਬ੍ਰੀਥਿੰਗ ਸਿਸਟਮ। These are the engines that use atmospheric oxygen in combustion of fuel. On the contrary, ਜੇ ਆਪਾਂ ਇਹਨਾਂ ਦੇ ਉਲਟ ਗੱਲ ਕਰੀਏ, ਜਿਹੜੇ ਸਾਡੇ ਟ੍ਰੈਡੀਸ਼ਨਲ ਇੰਜਨਸ ਨੇ ਉਹਨਾਂ 'ਚ ਕੀ ਹੁੰਦਾ, they used to carry both oxidizer as well as fuel। ਉਹਨਾਂ ਨੂੰ ਆਕਸੀਡਾਈਜ਼ਰ ਤੇ ਫਿਊਲ ਦੋਨੋਂ ਨੀਚੋਂ ਲੈ ਕੇ ਜਾਣੇ ਪੈਂਦੇ ਨੇ, ਕਿਉਂਕਿ ਆਪਾਂ ਨੂੰ ਪਤਾ ਵੀ ਜਿਵੇਂ ਰੌਕਟ ਆਪਾਂ ਲਾਂਚ ਕੀਤਾ ਬਟ ਇਹ ਤਾਂ ਹੈ ਨਹੀਂ ਵੀ ਹੁਣ ਲਾਂਚ ਕੀਤਾ ਨਾਲ ਦੀ ਨਾਲ ਉਹਨੇ ਆਪਣੀ ਸੈਟੇਲਾਈਟ ਛੱਡ ਦੇਣੀ ਹੈ, ਨਹੀਂ। ਉੱਪਰ ਜਾਊਗਾ ਜਦੋਂ ਇੱਕ ਐਡੀਕੁਏਟ ਹਾਈਟ ਤੇ ਪਹੁੰਚ ਗਿਆ ਉਹ ਫਿਰ ਉੱਥੇ ਜਾ ਕੇ ਉਹਨੇ ਆਰਬਿਟ ਨੂੰ ਕਹਿ ਲਓ ਇੱਕ ਥਰਸਟ ਪ੍ਰੋਵਾਈਡ ਕਰਨਾ, ਆਰਬਿਟ ਨੂੰ ਨਹੀਂ ਸੈਟੇਲਾਈਟ ਨੂੰ, ਰੌਕਟ ਦੇ ਨਾਲੋਂ ਅਲੱਗ ਕਰਨ ਦੇ ਲਈ। ਜਿੰਨੀ ਇੱਕ ਸੈਟੇਲਾਈਟ ਨੂੰ ਸਪੀਡ ਚਾਹੀਦੀ ਆ ਉਸ ਜਿਹੜੇ ਵੀ ਆਰਬਿਟ 'ਚ ਆਪਾਂ ਉਹਨੂੰ ਪਲੇਸ ਕਰਨਾ, ਉਸ ਆਰਬਿਟ ਦੇ ਵਿੱਚ ਪਹੁੰਚਣ ਦੇ ਲਈ, ਤਾਂ ਉਹ ਡਿਪੈਂਡ ਕਰਦਾ ਰੌਕਟ ਦੇ ਥਰਸਟ ਦੇ ਉੱਪਰ। ਜਿੰਨਾ ਥਰਸਟ ਰੌਕਟ ਪ੍ਰੋਵਾਈਡ ਕਰੂਗਾ ਓਨੀ ਹੀ ਉਹਨੂੰ ਸਪੀਡ ਮਿਲੂਗੀ, ਓਨਾ ਹੀ ਉਹਦਾ ਆਰਬਿਟ ਦੇ ਅਕੋਰਡਿੰਗ ਜਿੰਨੀ ਆਰਬਿਟਲ ਵੈਲੋਸਿਟੀ ਹੁੰਦੀ ਆ ਉਹ ਜੋ ਸੈਟੇਲਾਈਟ ਆ ਉਹਨੂੰ ਰਿਕੁਆਇਰਡ ਵੈਲੋਸਿਟੀ ਦੇਣ ਦੇ ਵਿੱਚ ਇੰਪੋਰਟੈਂਟ ਰੋਲ ਹੁੰਦਾ ਰੌਕਟ ਦਾ, ਹੈ ਨਾ। ਰੌਕਟ ਨੇ ਕਿੰਨਾ ਥਰਸਟ ਪ੍ਰੋਵਾਈਡ ਕਰਨਾ। ਸੋ ਹਾਲੇ ਤੱਕ ਕੀ ਹੁੰਦਾ ਸੀ, ਜਿਹੜੇ ਰੌਕਟ ਸੀ ਉਹ ਥਰਸਟ ਪ੍ਰੋਵਾਈਡ ਕਰਨ ਦੇ ਲਈ, ਕਿਉਂਕਿ ਉੱਥੇ ਵੀ ਉਹਨਾਂ ਨੂੰ ਫਿਊਲ ਚਾਹੀਦਾ ਉਹ ਥਰਸਟ ਦੇਣ ਦੇ ਲਈ, ਤਾਂ ਜਿਹੜਾ ਫਿਊਲ ਮਚਾਉਂਦੇ ਸੀ ਉਹਦੀ ਕੰਬਸ਼ਨ ਹੁੰਦੀ ਸੀ, ਉਹਦੇ ਲਈ ਉਹਨਾਂ ਨੂੰ ਆਕਸੀਡਾਈਜ਼ਰ ਵੀ ਨੀਚੋਂ ਹੀ ਲੈ ਕੇ ਜਾਣਾ ਪੈਂਦਾ ਸੀ। ਮਤਲਬ ਆਪਾਂ ਪਹਿਲਾਂ ਹੀ ਆਕਸੀਡਾਈਜ਼ਰ ਫਿਲ ਕਰਕੇ ਭੇਜਦੇ ਸੀ ਉੱਪਰ। ਬਟ ਜਿਹੜਾ ਸਕ੍ਰੈਮਜੈਟ ਇੰਜਨ ਹੋਊਗਾ ਇਹਨੇ ਜਿਹੜਾ ਆਕਸੀਡਾਈਜ਼ਰ ਆ ਆਕਸੀਜਨ ਉਹ ਐਟਮੋਸਫੀਅਰ 'ਚੋਂ ਹੀ ਲੈ ਲੈਣਾ, ਠੀਕ ਹੈ ਜੀ। ਮਤਲਬ ਆਪਾਂ ਨੂੰ ਨੀਚਿਓਂ ਫਿਲ ਕਰਕੇ ਭੇਜਣ ਦੀ ਲੋੜ ਨਹੀਂ ਪੈਣੀ। ਮਤਲਬ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਕੋਲੇ ਨੀਚਿਓਂ ਭਾਰ ਘੱਟ ਹੋਊ ਜਿਹੜਾ ਉੱਪਰ ਲੈ ਕੇ ਜਾਣਾ, ਤਾਂ ਜਾਂ ਆਪਾਂ ਐਵੇਂ ਵੀ ਕਹਿ ਸਕਦੇ ਹਾਂ ਵੀ ਓਨਾ ਹੀ ਜਿੰਨਾ ਆਪਾਂ ਆਕਸੀਡਾਈਜ਼ਰ ਫਿਲ ਕਰਦੇ ਹਾਂ ਓਨਾ weight ਉਹ ਪੇਲੋਡ ਦਾ ਵੀ ਲਿਜਾ ਸਕਦੇ ਨੇ। ਮਤਲਬ ਸੈਟੇਲਾਈਟ ਦੇ ਨਾਲ ਕੁਝ ਪੇਲੋਡਸ ਹੁੰਦੇ ਨੇ, ਕੁਝ ਕੈਮਰਾਜ਼ ਹੁੰਦੇ ਨੇ, ਕੁਝ ਹੋਰ ਇੰਸਟਰੂਮੈਂਟਸ ਹੁੰਦੇ ਨੇ ਜਿਨ੍ਹਾਂ ਨੇ ਉੱਥੇ ਜਾ ਕੇ ਦੇਖਣਾ ਹੁੰਦਾ ਜਿਹੜੇ ਕੰਮ ਲਈ ਆਪਾਂ ਸੈਟੇਲਾਈਟ ਭੇਜ ਰਹੇ ਹਾਂ। ਸੋ ਉੱਦਾਂ ਦੀਆਂ ਚੀਜ਼ਾਂ ਆਪਾਂ ਉਹਦੇ ਨਾਲ ਐਕਸਟਰਾ ਇੱਕ ਜ਼ਿਆਦਾ weight ਭੇਜ ਸਕਦੇ ਹਾਂ ਉੱਥੇ, ਠੀਕ ਹੈ, ਜੇ ਆਪਾਂ ਉਹ ਸਕ੍ਰੈਮਜੈਟ ਇੰਜਨ ਨੂੰ ਯੂਜ਼ ਕਰਾਂਗੇ। ਇਹ ਉਹਨਾਂ ਦਾ ਬੈਨੀਫਿਟ ਹੈ। On the contrary, conventional engines used to carry both oxidizer and the fuel. Thus, an air-breathing engine offers an extra space to carry more payload. ਕਿਉਂਕਿ ਓਨਾ ਭਾਰ ਜਿੰਨਾ ਆਕਸੀਡਾਈਜ਼ਰ ਦਾ ਘਟਿਆ ਓਨਾ ਹੀ ਭਾਰ ਉਹ ਦੂਸਰੀਆਂ ਜਿਹੜੀਆਂ ਸਾਡੀਆਂ ਪੇਲੋਡਸ ਨੇ ਉਹਨੇ ਲਿਜਾ ਸਕਦੇ ਨੇ, ਠੀਕ ਹੈ ਜੀ।
हाँ हुण ठीक है जी, देखो भी अपनी स्लाइड। फिर आप गल करते हैं एयर ब्रीथिंग इंजन आर ऑफ टू टाइप्स, दो तरह के होंगे ने जी, किहड़े ने, वन इज स्क्रैमजेट, अनदर वन इज रैमजेट। स्क्रैमजेट की फुल फॉर्म होंगी है सुपरसोनिक कंबशन रैमजेट। ठीक है जी, इन्हां च की डिफरेंस आ, जिहड़े तां होंदे ने रैमजेट इंजनस, ये वर्क करते हैं ऑन सुपरसोनिक स्पीड। जदों आप गल करते हैं सुपरसोनिक की, सोनिक मतलब होंदा साउंड, ठीक है जी, ਉਹਦੀ स्पीड ਤੇ ਕੰਮ ਕਰਦੇ ਨੇ, ਉਹ सुपरसोनिक स्पीड ਤੇ ਕੰਮ ਕਰਦੇ ਨੇ रैमजेट इंजन। बट ਜਿਹੜੇ स्क्रैमजेट ने ਇਹਨਾਂ ਦੀ ਜ਼ਿਆਦਾ, ਇਹਨਾਂ ਦੀ कह लो एफिशिएंसी ਹੁੰਦੀ ਹੈ, ਇਹ हाइपरसोनिक स्पीड ਤੇ ਕੰਮ ਕਰਦੇ ਨੇ। ਤੇ ਜਿਹੜਾ ਕੰਬਸ਼ਨ ਆ, ਜਿਹੜਾ ਫਿਊਲ ਨੂੰ ਬਾਲਣਾ, ਜੋ ਇਹਦੇ ਚ ਬਾਲਣ ਆਪਾਂ ਫਿਊਲ ਪਾ ਕੇ ਭੇਜਿਆ, ਉਹਦਾ ਕੰਬਸ਼ਨ ਕਰਨਾ, ਉਹਨੂੰ ਸੁਪਰਸੋਨਿਕ ਸਪੀਡ ਤੇ ਕਰਨਗੇ। ਠੀਕ ਹੈ ਜੀ, ਸੁਪਰਸੋਨਿਕ ਕੰਬਸ਼ਨ ਤੇ ਆਪਰੇਟ ਕਰਦੇ ਨੇ ਹਾਈਪਰਸੋਨਿਕ ਸਪੀਡ ਤੇ, मतलब ਜ਼ਿਆਦਾ ਤੇਜ਼ੀ ਨਾਲ ਜਾਣਗੇ ਇਹ, ਇਹਨਾਂ ਦੀ ਸਟਰੈਂਥ ਜ਼ਿਆਦਾ ਹੋਊਗੀ। ਇਹ ਡਿਫਰੈਂਸ ਆ ਸਕ੍ਰੈਮਜੈਟ ਤੇ ਰੈਮਜੈਟ ਦੇ ਵਿੱਚ। ਯਾਦ ਰੱਖਿਓ ਰੈਮਜੈਟ ਇੰਜਨ ਆ ਜਿਹੜਾ, ਉਹ ਕੰਮ ਕਰਦਾ ਸੁਪਰਸੋਨਿਕ ਸਪੀਡ ਤੇ, ਜਿਹੜਾ ਸਕ੍ਰੈਮਜੈਟ ਇੰਜਨ ਆ ਉਹ ਕੰਮ ਕਰਦਾ ਹਾਈਪਰਸੋਨਿਕ ਸਪੀਡ ਤੇ। ਤੇ ਆਪਾਂ ਇਹਨਾਂ ਸਪੀਡਸ ਬਾਰੇ ਵੀ ਤੁਹਾਨੂੰ ਮੈਂ ਹੁਣੇ ਦੱਸੂਗਾ। ਸਕ੍ਰੈਮਜੈਟ, ਸੁਪਰਸੋਨਿਕ ਕੰਬਸ਼ਨ, ਰੈਮਜੈਟ ਇਜ਼ ਐਨ ਇੰਪਰੂਵਡ ਫਾਰਮ ਆਫ ਰੈਮਜੈਟ। ਹੈ ਤਾਂ ਰੈਮਜੈਟ ਹੀ ਆ, ਬਟ ਉਹਦੀ ਇੰਪਰੂਵਡ ਫਾਰਮ ਹੈ। ਠੀਕ ਹੈ ਜੀ, ठीक है। कंबशन टेक्स प्लेस इन सुपरसोनिक एयर फ्लो, तो जो कंबशन सुपरसोनिक एयर फ्लो च होंदी है, सुपरसोनिक च कंबशन होंदी है, तो जो थ्रस्ट है वो हाइपरसोनिक स्पीड के निकलती है वो बाहर। ठीक है, दैन फिर आप इंडिया की गल कर लीए स्क्रैमजेट इंजन की। विद रिस्पैक्ट टू डेवलपमेंट ऑफ स्क्रैमजेट इंजन, वेयर डज इंडिया स्टैंड वैन भी, जो असीं ग्लोबली कंपेयर करते हैं तो इंडिया कित्थे स्टैंड कर रहा, वो टैक्नोलॉजी किन्नी कुछ असीं डिवेलप कर चुके हैं ਜਾਂ ਹਲੇ ਕਿੰਨੀ ਹੋਰ ਕਰਨ ਵਾਲੀ ਆ। ਸਭ ਤੋਂ ਪਹਿਲਾਂ ਜੀ 2016 ਦੇ ਵਿੱਚ ਐਡਵਾਂਸਡ ਟੈਕਨੋਲੋਜੀ ਵਹੀਕਲ, ਟੈਕਨੋਲੋਜੀ ਡੈਮੋਨਸਟ੍ਰੇਟਰ, ਮਤਲਬ ਕਿ ਸਿਰਫ ਟੈਕਨੋਲੋਜੀ ਨੂੰ ਡੈਮੋਨਸਟ੍ਰੇਟ ਕਰਨ ਦੇ ਲਈ ਆਪਾਂ ਇਸ ਨੂੰ ਟੈਸਟ ਕਰਿਆ ਸੀ। ਮਤਲਬ ਉਹ ਸਾਡੇ ਕਹਿ ਲਓ ਵੀ ਕਮਰਸ਼ੀਅਲ ਜਾਂ ਉਹਨਾਂ ਲਾਂਚ ਪਰਪਸ ਲਈ ਨਹੀਂ ਸੀ, ਉਹ ਸਿਰਫ ਸਾਡੀ ਟੈਕਨੋਲੋਜੀ ਨੂੰ ਡੈਮੋਨਸਟ੍ਰੇਟ ਕਰਨ ਵਾਸਤੇ ਸੀ। ਠੀਕ ਹੈ ਜੀ, ਠੀਕ ਹੈ ਪ੍ਰਿਆ ਜੀ, ਮਨਦੀਪ ਜੀ। ਐਡਵਾਂਸ ਟੈਕਨੋਲੋਜੀ ਵਹੀਕਲ ਟੈਕਨੋਲੋਜੀ ਡੈਮੋਨਸਟ੍ਰੇਟਰ, ਟੂ ਸਟੇਜਡ ਸਾਊਂਡਿੰਗ ਰੌਕਟਸ ਸੀ। ਸਾਊਂਡਿੰਗ ਰੌਕਟਸ ਹੁੰਦੇ ਨੇ ਜਿਹੜੇ ਸਿਰਫ ਅਸੀਂ ਐਕਸਪੈਰੀਮੈਂਟਲ ਪਰਪਸ ਦੇ ਲਈ ਯੂਜ਼ ਕਰਦੇ ਹਾਂ, ਉਹਨਾਂ ਨੂੰ ਕਹਿੰਦੇ ਆ ਸਾਊਂਡਿੰਗ ਰੌਕਟ। ਠੀਕ ਹੈ, ਜਿਹੜੇ ਰੌਕਟਸ ਨੂੰ ਅਸੀਂ ਸਿਰਫ ਐਕਸਪੈਰੀਮੈਂਟਲ ਪਰਪਸ ਲਈ ਯੂਜ਼ ਕਰਦੇ ਉਹਨਾਂ ਨੂੰ ਸਾਊਂਡਿੰਗ ਰੌਕਟ ਕਿਹਾ ਜਾਂਦਾ। ਤੇ ਐਡਵਾਂਸ ਟੈਕਨੋਲੋਜੀ ਡੈਮੋਨਸਟ੍ਰੇਟਰ ਵਹੀਕਲ ਸੀ ਜਿਹੜਾ, ਇਟ ਵਾਜ਼ ਅ ਸਾਊਂਡਿੰਗ ਰੌਕਟ, ਜਿਹਨੂੰ ਸਕਸੈਸਫੁਲੀ ਫਾਇਰ ਕੀਤਾ ਸੀ ਸਕ੍ਰੈਮਜੈਟ ਇੰਜਨ ਦੇ ਨਾਲ, ਬਟ ਥੋੜੇ ਟਾਈਮ ਲਈ ਕੀਤਾ ਸੀ। ਉਹ ਸਕਸੈਸਫੁਲ ਟੈਸਟ ਸੀ 2016 ਦੇ ਵਿੱਚ। ਦੈਨ 2020 ਦੇ ਵਿੱਚ ਇੰਡੀਆ DRDO, ਸਾਡੀ ਜੋ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਆ, ਉਹਨਾਂ ਨੇ ਹਾਈਪਰਸੋਨਿਕ ਟੈਕਨੋਲੋਜੀ ਡੈਮੋਨਸਟ੍ਰੇਟਰ ਵਹੀਕਲ, ਉਹਨੂੰ ਵੀ ਸਕਸੈਸਫੁਲੀ ਟੈਸਟ ਕੀਤਾ ਸੀ ਅਗਨੀ ਮਿਜ਼ਾਈਲ ਦੇ ਨਾਲ। ਠੀਕ ਹੈ ਜੀ, ਤੇ ਇਹਦੇ ਬਾਅਦ ਆਫਟਰ ਜੋ 2020 ਵਾਲਾ ਟੈਸਟ ਜਿਹੜਾ ਵਿਦ ਉਹਦੇ ਨਾਲ ਇੰਡੀਆ ਬਿਕੇਮ 4th ਕੰਟਰੀ ਟੂ ਹੈਵ ਸਕ੍ਰੈਮਜੈਟ ਟੈਕਨੋਲੋਜੀ। ਜਿਹੜੀਆਂ ਅਦਰ 3 ਕੰਟਰੀਜ਼ ਨੇ ਉਹ ਕਿਹੜੀਆਂ ਨੇ ਜੀ, ਰਸ਼ੀਆ, US ਐਂਡ ਚਾਈਨਾ। ਠੀਕ ਹੈ, ਇੰਡੀਆ 4th ਕੰਟਰੀ ਹੈ ਜਿਨ੍ਹਾਂ ਕੋਲ ਸਕ੍ਰੈਮਜੈਟ ਟੈਕਨੋਲੋਜੀ ਜਿਨ੍ਹਾਂ ਕੋਲ ਹੁਣ ਹੈ, ਤੇ ਉਹਨੂੰ ਕਮਰਸ਼ੀਅਲ ਲਾਂਚ ਦੇ ਲਈ ਆਪਾਂ ਯੂਜ਼ ਕਰਨ ਦੇ ਲਈ ਹੋਰ ਅੱਗੇ ਡਿਵੈਲਪ ਕਰ ਰਹੇ ਹਾਂ। ਠੀਕ ਹੈ, ਸੋ ਇਹ ਧਿਆਨ ਰੱਖ ਲਿਓ ਵੀ ਇੰਡੀਆ 4th ਕੰਟਰੀ ਆ, ਰਸ਼ੀਆ, US ਤੇ ਚਾਈਨਾ ਆਰ ਦਾ ਅਦਰ 3। ਦੈਨ ਸੋਨਿਕ, ਜਦੋਂ ਆਪਾਂ ਗੱਲ ਕਰਦੇ ਹਾਂ ਸੋਨਿਕ ਮੀਨ ਸਪੀਡ ਆਫ ਸਾਊਂਡ, ਜਿਹੜੀ ਨਾਰਮਲੀ ਹੁੰਦੀ ਆ 330 ਮੀਟਰਸ ਪਰ ਸੈਕਿੰਡ। ਠੀਕ ਹੈ ਜੀ, ਜਾਂ ਇਹਨੂੰ 1 ਮੈਕ ਵੀ ਕਹਿ ਦਿੰਦੇ ਆਪਾਂ। ਠੀਕ ਹੈ, 330 ਮੀਟਰ ਪਰ ਸੈਕਿੰਡ ਔਰ 1 ਮੈਕ। ਤੇ ਹੁਣ ਜਿਵੇਂ ਤੁਹਾਨੂੰ ਦੱਸਿਆ ਸੀ ਸਬਸੋਨਿਕ, ਸੁਪਰਸੋਨਿਕ, ਹਾਈਪਰਸੋਨਿਕ, ਉਹਨਾਂ ਦਾ ਕੀ ਮਤਲਬ ਹੈ। ਸਬਸੋਨਿਕ ਮੀਨਸ, ਸਬਸੋਨਿਕ ਮਤਲਬ ਸਾਊਂਡ ਦੀ ਸਪੀਡ ਤੋਂ ਘੱਟ ਹੈ, ਹੈ ਨਾ। ਸਬ ਮਤਲਬ ਘੱਟ, ਦੈਨ ਦ ਸਪੀਡ ਆਫ ਦ ਸਾਊਂਡ, ਇਹ ਕਿੰਨੀ ਹੈ ਜੀ, 0.8 ਮੈਕ ਆ। ਦੈਨ ਟ੍ਰਾਂਸਸੋਨਿਕ ਇਜ਼ 0.8 to 1.2 ਮੈਕ। ਸੁਪਰਸੋਨਿਕ ਸਪੀਡ ਇਜ਼ 2 to 5 ਮੈਕ। ਹਾਈਪਰਸੋਨਿਕ ਇਜ਼ 5 to 10 ਮੈਕ। ਅਲਟਰਾ ਔਰ ਹਾਈ ਹਾਈਪਰਸੋਨਿਕ ਬਿਯੋਂਡ 10 ਮੈਕ। ਇਹ ਆਪਣੇ ਕੋਲ ਡਿਫਰੈਂਟ ਰਜੀਮਸ ਨੇ, ਧਿਆਨ ਰੱਖ ਲਓ ਇਹਨਾਂ ਨੂੰ ਵੀ। ਤੇ ਸਾਡਾ ਅੱਜ ਦਾ ਜੋ ਲਾਸਟ ਟੌਪਿਕ ਹੈ ਦੈਟ ਇਜ਼ ਸਿੰਗਾਪੁਰ ਡੈਕਲੇਰੇਸ਼ਨ ਆਫ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ। ਕੱਲ ਪੁੱਛ ਰਹੇ ਸੀ ਇੱਕ ਬੱਚਾ ਇਹਦੇ ਬਾਰੇ, ਸੋ ठीक है जी। सिंगापुर डिक्लेरेशन ऑफ इंटरनेशनल लेबर ऑर्गेनाइजेशन, पहला ਤੁਹਾਡੇ ਲਈ क्वेश्चन है
ਵਿਚ ਆਫ ਦ ਫੋਲੋਇੰਗ ਰਿਪੋर्ट और रिपोर्ट्स इज आर पब्लिश्ड बाय ILO ਤੁਸੀਂ ਦੱਸਣਾ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਇਹਨਾਂ ਚੋਂ ਕਿਹੜੀਆਂ ਰਿਪੋਰਟਸ ਪਬਲਿਸ਼ ਕਰਦਾ ਠੀਕ ਹੈ ਫਸਟ ਸਟੇਟਮੈਂਟ ਤੁਹਾਡੇ ਲਈ ਹੈ ਵਰਲਡ ਏਮਪਲੋਇਮੈਂਟ ਐਂਡ ਸੋਸ਼ਲ ਆਊਟਲੁੱਕ then second one is global wage report, third one is international migration outlook and fourth is world of work report ਤੁਸੀਂ ਦੱਸਣਾ ਇਹਨਾਂ ਚੋਂ ਕਿਹੜੀਆਂ ਰਿਪੋਰਟਸ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਪਬਲਿਸ਼ ਕਰਦੀ ਹੈ ਠੀਕ ਹੈ ਤੇ ਸੈਕੰਡ ਕੁਐਸਚਨ ਜੋ ਹੈ that is international labor organizations conventions 138 and 182 are related to ਇਹ 2018 UPSC ਨੇ ਪੁੱਛਿਆ ਸੀ ਉਸ ਟਾਈਮ ਤੇ ਵੀ ਇਹ ਕਨਵੈਨਸ਼ਨ ਕਾਫੀ ਨਿਊਜ਼ ਦੇ ਵਿੱਚ ਸੀ ਤਾਂ ਇਹ ਪੁੱਛਿਆ ਗਿਆ ਸੀ ਤੇ ਤਾਂ ਹੀ ਮੈਂ ਤੁਹਾਡੇ ਲਈ ਹੁਣ ਇੱਥੇ ਲੈ ਕੇ ਆਇਆ ਵੀ ਚਲੋ ਪਤਾ ਲੱਗੇ ਵੀ ਕੁਐਸਚਨ ਜੋ ਪੁੱਛੇ ਜਾਂਦੇ ਨੇ ਇਸ ਤਰ੍ਹਾਂ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੀ ਕਨਵੈਨਸ਼ਨ ਆ 138 142 ਉਹ ਇਹਨਾਂ ਚੋਂ ਕਿਹਦੇ ਨਾਲ ਰਿਲੇਟਡ ਹੈ ਜੀ ਚਾਈਲਡ ਲੇਬਰ ਨਾਲ ਰਿਲੇਟਡ ਹੈ ਕਿ ਰੈਗੂਲੇਸ਼ਨ ਆਫ ਫੂਡ ਪ੍ਰਾਈਸਿਸ ਨਾਲ ਰਿਲੇਟਡ ਹੈ ਜਾਂ ਜੈਂਡਰ ਪੈਰਿਟੀ ਨਾਲ ਰਿਲੇਟਡ ਹੈ ਜਾਂ ਨਨ ਆਫ ਦਾ ਅਬਵ ਇਹ ਸਾਰੀਆਂ ਕਨਵੈਨਸ਼ਨਸ ਆਪਾਂ ਹੁਣੇ ਕਰ ਲਾਂਗੇ ਤੁਹਾਨੂੰ ਪਤਾ ਲੱਗ ਜੂ ਜੇ ਨਹੀਂ ਪਤਾ ਹੋ ਤੇ ਪਹਿਲਾਂ ਆਪਾਂ ਗੱਲ ਕਰੀਏ ਵਾਈ ਨਿਊਜ਼ ਇਹ ਨਿਊਜ਼ ਦੇ ਵਿੱਚ ਕਿਉਂ ਆ ਇਧਰ ਕੋਈ ਸਾਰੀ ਜੀ ਚਲੋ ਇਹਨੂੰ ਠੀਕ ਕਰਾਂਗੇ ਬਾਅਦ ਚੋਂ ਕੋਈ ਨਹੀਂ ਪੰਜਾਬੀ ਵਾਲੇ ਪਾਰਟ ਨੂੰ ਵਾਈ ਇਜ਼ ਨਿਊਜ਼ ਸਿੰਗਾਪੁਰ ਡੈਕਲੇਰੇਸ਼ਨ ਵਾਜ਼ ਰੀਸੈਂਟਲੀ ਅਡੋਪਟਡ ਡਿਊਰਿੰਗ 17th ਏਸ਼ੀਆ ਐਂਡ ਪੈਸੀਫਿਕ ਰੀਜਨਲ ਮੀਟਿੰਗ ਹੋਈ ਹੈ ਜੀ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੀ ਕਿੱਥੇ ਹੋਈ ਹੈ ਸਿੰਗਾਪੁਰ 'ਚ ਹੋਈ ਹੈ ਠੀਕ ਹੈ ਸਿੰਗਾਪੁਰ 'ਚ ਇਹਨਾਂ ਦੀ ਏਸ਼ੀਆ ਪੈਸੀਫਿਕ ਲਈ ਮੀਟਿੰਗ ਹੋਈ ਹੈ ILO ਦੀ ਜਿੱਥੇ ਸਿੰਗਾਪੁਰ ਡੈਕਲੇਰੇਸ਼ਨ ਅਡੋਪਟ ਕੀਤੀ ਗਈ ਆ ਡੈਕਲੇਰੇਸ਼ਨ ਕੀ ਕਹਿੰਦੀ ਹੈ ਜੀ ਡੈਕਲੇਰੇਸ਼ਨ ਮੇਨਲੀ ਇਹਨਾਂ ਨਾਲ ਡੈਕਲੇਰੇਸ਼ਨ ਨੇ 10 ਪੁਆਇੰਟ ਪ੍ਰਾਇੋਰਟੀਜ਼ ਪ੍ਰੋਵਾਈਡ ਕੀਤੀਆਂ ਨੇ ਧਿਆਨ ਰੱਖਿਓ ਇਹ ਕਈ ਵਾਰੀ ਨੰਬਰ ਪੁੱਛ ਲੈਂਦੇ ਨੇ ਵੀ ਕਿੰਨੇ ਪੁਆਇੰਟਸ ਇਹਨਾਂ ਨੇ ਜਾਂ ਕਿੰਨੀਆਂ ਪ੍ਰਾਇੋਰਟੀਜ਼ ਇਨਲਿਸਟ ਕੀਤੀਆਂ ਨੇ ਅੰਡਰ ਸਿੰਗਾਪੁਰ ਡੈਕਲੇਰੇਸ਼ਨ ਜਾਂ ਤੁਹਾਨੂੰ ਸਿੱਧਾ ਹੀ ਪੁੱਛਿਆ ਜਾ ਸਕਦਾ ਕਿ ਸਿੰਗਾਪੁਰ ਡੈਕਲੇਰੇਸ਼ਨ ਇਜ਼ ਰਿਲੇਟਡ ਟੂ ਵਟ ਸਿੰਗਾਪੁਰ ਡੈਕਲੇਰੇਸ਼ਨ ਆ ਜਿਹੜੀ ਉਹ ਲੇਬਰ ਆਰਗੇਨਾਈਜੇਸ਼ਨ ਦੇ ਨਾਲ ਰਿਲੇਟਡ ਆ ਜਾਂ ਲੇਬਰ ਦੇ ਨਾਲ ਰਿਲੇਟਡ ਆ ਤੇ ਉਹਨੇ 10 ਪ੍ਰਾਇੋਰਟੀ ਏਰੀਆਜ਼ ਆਪਣੇ ਮੈਂਬਰ ਨੇਸ਼ਨਸ ਦੇ ਲਈ ਇਨਲਿਸਟ ਕੀਤੇ ਨੇ ਕਿਹੜੇ ਨੇ ਜੀ ਉਹ ਕਾਦੇ ਤੇ ਫੋਕਸਡ ਨੇ ਮੇਨਲੀ ਜਿਵੇਂ ਕਹ ਲਓ ਵੇਜਸ ਆਫ ਦਾ ਵਰਕਰਸ ਇਨਫਲੇਸ਼ਨ ਅਨਇੰਪਲੋਇਮੈਂਟ ਇਹਨਾਂ ਚੀਜ਼ਾਂ ਨੂੰ ਐਡਰੈਸ ਕਰਨ ਦੇ ਲਈ ਵੇਜਸ ਇਨਫਲੇਸ਼ਨ ਤੇ ਅਨਇੰਪਲੋਇਮੈਂਟ ਇਹਨਾਂ ਨੂੰ ਐਡਰੈਸ ਕਰਨ ਦੇ ਲਈ 10 ਪੁਆਇੰਟਸ ਇਸ ਕਨਵੈਨਸ਼ਨ ਇਸ ਸਿੰਗਾਪੁਰ ਜੋ ਸਾਡੀ ਡੈਕਲੇਰੇਸ਼ਨ ਆ ਉਹਦੇ ਅੰਡਰ ਪ੍ਰਪੋਜ਼ ਕੀਤੇ ਗਏ ਨੇ ਹੁਣ ਕਿਹੜੇ ਨੇ ਉਹਨਾਂ ਚੋਂ ਕੀ ਪੁਆਇੰਟਸ ਕਿਹੜੇ ਨੇ ਫਸਟ ਵਨ ਇਜ਼ ਸੋਸ਼ਲ ਡਾਇਲੋਗ ਕਹਿੰਦੇ ਸੋਸ਼ਲ ਡਾਇਲੋਗ ਸਸਟੇਨੇਬਲ ਡਿਵੈਲਪਮੈਂਟ ਦੇ ਲਈ ਇੰਪੋਰਟੈਂਟ ਆ ਤੇ ਲੇਬਰ ਜੋ ਸਾਡੀ ਲੇਬਰ ਕਲਾਸ ਆ ਉਹਨਾਂ ਦੀ ਕੰਡੀਸ਼ਨ ਨੂੰ ਇੰਪਰੂਵ ਕਰਨ ਦੇ ਲਈ ਵੀ ਸਾਨੂੰ ਸੋਸ਼ਲ ਡਾਇਲੋਗਸ ਪ੍ਰਮੋਟ ਕਰਨੇ ਚਾਹੀਦੇ ਨੇ ਦੈਨ ਸੈਕੰਡ ਵਨ ਇਜ਼ ਲੇਬਰ ਪ੍ਰੋਟੈਕਸ਼ਨ ਨੂੰ ਇਨਸ਼ੋਰ ਕਰਨਾ ਚਾਹੀਦਾ ਹਰ ਇੱਕ ਮੈਂਬਰ ਨੂੰ ਹਰ ਇੱਕ ਕੰਟਰੀ ਨੂੰ ਉਹਦੇ ਲਈ ਕੀ ਕਹਿੰਦੇ ਨੇ ਉਹਦੇ ਲਈ ਕਹਿੰਦੇ ਫਰੀडम ਆਫ ਐਸੋਸੀਏਸ਼ਨ ਮਤਲਬ ਉਹ ਆਪਣੀਆਂ ਐਸੋਸੀਏਸ਼ਨਸ ਬਣਾ ਸਕਣ ਤਾਂ ਕਰਕੇ ਉਹਨਾਂ ਨੂੰ ਕਹਿ ਲਓ ਵੀ ਇੱਕ ਡੈਮੋਕ੍ਰੈਟਿਕ ਰਾਈਟਸ ਦੀ ਗੱਲ ਕਰ ਰਹੇ ਆ ਜੋ ਲੇਬਰ ਕਲਾਸ ਆ ਜੋ ਵਰਕਰ ਨੇ ਉਹ ਐਸੋਸੀਏਸ਼ਨਸ ਫਾਰਮ ਕਰ ਸਕਣ ਪਲੱਸ ਰਿਕੋਗਨੀਸ਼ਨ ਆਫ ਦਾ ਰਾਈਟ ਟੂ ਕਲੈਕਟਿਵ ਬਾਰਗੇਨਿੰਗ ਮਤਲਬ ਇਕੱਠੇ ਹੋ ਕੇ ਜੋ ਬਾਰਗੇਨਿੰਗ ਹੈ ਮਤਲਬ ਕਿ ਵੇਜਸ ਦੇ ਰਿਗਾਰਡਿੰਗ ਕਹਿ ਲਓ ਜਾਂ ਕੁਝ ਉਹਨਾਂ ਦੇ ਜੋ ਕੰਡੀਸ਼ਨਸ ਨੇ ਕੰਮ ਕਰਨ ਦੀਆਂ ਹੈ ਨਾ ਇਨਵਾਇਰਨਮੈਂਟ ਵਰਕਿੰਗ ਇਨਵਾਇਰਨਮੈਂਟ ਆ ਉਹਨਾਂ ਚੀਜ਼ਾਂ ਨੂੰ ਇੰਪਰੂਵ ਕਰਨ ਦੇ ਲਈ ਕਲੈਕਟਿਵ ਬਾਰਗੇਨਿੰਗ ਦੀ ਉਹਨਾਂ ਨੂੰ ਰਾਈਟ ਹੋਣੀ ਚਾਹੀਦੀ ਆ ਦੈਨ ਨੈਕਸਟ ਇਹਨਾਂ ਨੇ ਕਿਹਾ ਕਲੋਜ਼ਿੰਗ ਜੈਂਡਰ ਗੈਪ ਮਤਲਬ ਕਿ ਵਿਮਨ ਤੇ ਮੈਨ ਨੂੰ ਦੋਨਾਂ ਨੂੰ ਇਕੁਅਲ ਪੇ ਫॉर ਇਕੁਅਲ ਵਰਕ ਹੋਣਾ ਚਾਹੀਦਾ ਵਿਮਨ ਦੀ ਲੇਬਰ ਫੋਰਸ ਦੇ ਵਿੱਚ ਪਾਰਟਿਸਿਪੇਸ਼ਨ ਨੂੰ ਇਨਕਰੀਜ਼ ਕਰਨ ਦੇ ਲਈ ਸਾਨੂੰ ਰਿਕੁਆਇਰਡ ਪਾਲਿਸੀਜ਼ ਲੈ ਕੇ ਆਉਣੀਆਂ ਚਾਹੀਦੀਆਂ ਨੇ ਉਹਨਾਂ ਦੀ ਜੋ ਕਹਿ ਲਓ ਵੀ ਸੇਫਟੀ ਐਟ ਵਰਕ ਪਲੇਸ ਉਹ ਇਨਸ਼ੋਰ ਕਰਨੀ ਚਾਹੀਦੀ ਆ ਤਾਂ ਕਿ ਵਿਮਨ ਪਾਰਟਿਸਿਪੇਸ਼ਨ ਇਨ ਦਾ ਲੇਬਰ ਫੋਰਸ ਵਧੇ ਠੀਕ ਹੈ ਇਹ ਹੋ ਗਿਆ ਤਾਂ ਕਿ ਸੋ ਦੈਟ ਆਪਾਂ ਜੈਂਡਰ ਗੈਪ ਆ ਜਿਹੜਾ ਉਹਨੂੰ ਘਟਾ ਸਕੀਏ ਦੈਨ ਇਨਕਲੂਸਿਵ ਪ੍ਰੋਗਰਾਮਸ ਐਂਡ ਪਾਲਿਸੀਜ਼ then smooth and sustained transition from informal to formal economies ਦੇ ਵਿੱਚ ਉਹਨਾਂ ਦੀ ਜੋ ਲੇਬਰ ਆ ਸਮੂਥ ਟ੍ਰਾਂਜੀਸ਼ਨ ਹੋ ਸਕੇ ਤੇ ਇਹਦੇ ਰਿਗਾਰਡਿੰਗ ਜੋ ਸਾਡੇ ਮਨਰੇਗਾ ਵਰਕਰਸ ਨੇ ਉਹ ਵੀ ਲੇਬਰ ਹੀ ਹੈ ਨਾ ਉਹਨਾਂ ਦੀ ਇਨਫਾਰਮਲ ਟੂ ਫਾਰਮਲ ਇਕੋਨਮੀ ਦੇ ਵਿੱਚ ਟ੍ਰਾਂਜੀਸ਼ਨ ਕਰਨ ਦੇ ਲਈ ਰੀਸੈਂਟਲੀ ਗਵਰਨਮੈਂਟ ਨੇ ਇੱਕ ਨਵੀਂ ਸਕੀਮ ਚਲਾਈ ਆ ਤੇ ਥੋੜੇ ਦਿਨ ਪਹਿਲਾਂ ਆਪਾਂ ਉਹਨੂੰ ਕਲਾਸ 'ਚ ਡਿਸਕਸ ਵੀ ਕੀਤਾ ਸੀ ਤੇ ਕੱਲ੍ਹ ਵਾਲੇ ਜੋ ਆਪਾਂ ਕੁਐਸਚਨ ਪੜ੍ਹੇ ਸੀ ਤਾਂ ਜੋ ਤੁਹਾਨੂੰ ਕਰੰਟ ਅਫੇਅਰਸ ਦੇ ਕੁਐਸਚਨ ਪਾਏ ਸੀ ਉਹਨਾਂ ਦੇ ਵਿੱਚ ਵੀ ਉਹਦੇ ਬਾਰੇ ਕੁਝ ਸੀ ਸੋ ਤੁਸੀਂ ਆਨਸਰ ਕਰਕੇ ਦੱਸੋ ਕਿ ਉਹ ਕਿਹੜੀ ਸਕੀਮ ਆ ਜਿਹਦੇ ਅੰਡਰ ਗਵਰਨਮੈਂਟ ਫੋਕਸ ਕਰ ਰਹੀ ਆ ਸਮੂਥ ਟ੍ਰਾਂਜੀਸ਼ਨ ਆਫ MG ਨਰੇਗਾ ਵਰਕਰਸ ਫਰੋਮ ਇਨਫਾਰਮਲ ਟੂ ਫਾਰਮਲ ਇਕੋਨਮੀ ਠੀਕ ਹੈ ਦੱਸੋ ਜਾਂ ਕਹਿ ਸਕਦੇ ਵੀ
MG ਨਰੇਗਾ ਦੇ ਅੰਡਰ ਜਿਹੜੇ ਵਰਕਰ ਕੰਮ ਕਰ ਰਹੇ ਨੇ ਉਹਨਾਂ ਦੀ ਸਕਿੱਲ ਇੰਪਰੂਵਮੈਂਟ ਦੇ ਲਈ ਇੱਕ ਨਵੀਂ ਸਕੀਮ ਲਿਆਂਦੀ ਆ, ਉਹ ਸਕੀਮ ਦਾ ਨਾਂ ਦੱਸੋ ਕੀ ਹੈ, ਕਮੈਂਟ ਕਰਕੇ ਦੱਸੋ। ਦੈਨ ਪ੍ਰੋਟੈਕਟਿੰਗ ਦ ਰਾਈਟਸ ਆਫ ਮਾਈਗ੍ਰੈਂਟ ਵਰਕਰਸ, ਇਹ ਵੀ ਗੱਲ ਕੀਤੀ ਉਹਨਾਂ ਨੇ, ਮਾਈਗ੍ਰੈਂਟ ਵਰਕਰਸ ਦੀਆਂ ਰਾਈਟਸ ਦੀ ਵੀ ਗੱਲ ਕੀਤੀ ਹੈ ਇਸ ਸਿੰਗਾਪੁਰ ਡੈਕਲੇਰੇਸ਼ਨ ਦੇ ਅੰਡਰ, ਠੀਕ ਹੈ। ਦੈਨ ਇਹ ਤਾਂ ਹੋ ਗਿਆ ਸਿੰਗਾਪੁਰ ਡੈਕਲੇਰੇਸ਼ਨ ਬਾਰੇ। ਫਿਰ ਆਪਾਂ ਗੱਲ ਕਰ ਲਈਏ ILO ਬਾਰੇ। ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਕੀ ਹੈ? ਇਹ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਜਿਹੜੀ ਕੰਸਰਨਡ ਆ ਵਿਦ ਟੂ ਲੇਬਰ, ਠੀਕ ਹੈ ਜੀ। ਹਿਸਟਰੀ ਦੀ ਆਪਾਂ ਗੱਲ ਕਰੀਏ ਥੋੜੀ ਜਿਹੀ, ਯੂਨਾਈਟਿਡ ਨੇਸ਼ਨ ਦੀ ਬੋਡੀ ਆ, ਧਿਆਨ ਰੱਖਿਓ। ਇਹ ਬੋਡੀ 1919 ਚ ਬਣਾਈ ਗਈ ਸੀ ਜੀ ਅੰਡਰ ਟ੍ਰੀਟੀ ਆਫ ਬਰਸੇਲਸ, ਵੈਰੀ ਇੰਪੋਰਟੈਂਟ। ਟ੍ਰੀਟੀ ਆਫ ਬਰਸੇਲਸ 1919 ਦੇ ਵਿੱਚ ਸਾਈਨ ਹੋਈ ਆ ਆਫਟਰ ਵਰਲਡ ਵਾਰ 1, ਜਦੋਂ ਪਹਿਲਾ ਵਿਸ਼ਵ ਯੁੱਧ ਖਤਮ ਹੋਇਆ ਉਹਦੇ 'ਚ ਇੱਕ ਟ੍ਰੀਟੀ ਸਾਈਨ ਹੋਈ ਸੀ, ਟ੍ਰੀਟੀ ਆਫ ਬਰਸੇਲਸ। ਉਹਦੇ ਅੰਡਰ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਐਸਟੈਬਲਿਸ਼ ਕੀਤੀ ਗਈ ਸੀ, ਠੀਕ ਹੈ। ਧਿਆਨ ਰੱਖਿਓ, ਬਹੁਤ ਇੰਪੋਰਟੈਂਟ ਹੈ ਇਹ। ਤੇ ਉਸ ਟਾਈਮ ਤੇ ਆਪਾਂ ਨੂੰ ਪਤਾ ILO ਨਹੀਂ, ਲੀਗ ਆਫ ਨੇਸ਼ਨਸ, ਉਸ ਟਾਈਮ ਤੇ ਲੀਗ ਆਫ ਨੇਸ਼ਨਸ ਇੱਕ ਬੋਡੀ ਬਣਾਈ ਸੀ ਆਫਟਰ ਵਰਲਡ ਵਾਰ 1। ਤੇ ਜੋ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਆ ਇਹ ਇਟ ਵਾਜ਼ ਐਫੀਲੀਏਟਡ ਵਿਦ ਲੀਗ ਆਫ ਨੇਸ਼ਨਸ ਐਜ਼ ਵੈਲ। 1919 ਚ ਅੰਡਰ ਟ੍ਰੀਟੀ ਆਫ ਬਰਸੇਲਸ ਐਂਡ ਵਾਜ਼ ਐਫੀਲੀਏਟਡ ਵਿਦ ਲੀਗ ਆਫ ਨੇਸ਼ਨਸ। ਦੈਨ ਜਦੋਂ ਲੀਗ ਆਫ ਨੇਸ਼ਨਸ ਨੂੰ ਆਪਾਂ ਰਿਪਲੇਸ ਕਰਤਾ ਯੂਨਾਈਟਿਡ ਨੇਸ਼ਨ ਦੇ ਨਾਲ, ਤਾਂ 1946 ਦੇ ਵਿੱਚ ILO ਬਿਕੇਮ ਦ ਫਸਟ ਐਫੀਲੀਏਟਡ ਸਪੈਸ਼ਲਾਈਜ਼ਡ ਏਜੰਸੀ ਆਫ ਯੂਨਾਈਟਿਡ ਨੇਸ਼ਨ। ਇਹ ਵੀ ਧਿਆਨ ਰੱਖਿਓ, ਇੰਪੋਰਟੈਂਟ ਫੈਕਟ ਹੈ ਇਹਦੇ ਬਾਰੇ। ਯੂਨਾਈਟਿਡ ਨੇਸ਼ਨ ਦੀ ਫਸਟ ਜਿਹੜੀ ਐਫੀਲੀਏਟਡ ਸਪੈਸ਼ਲਾਈਜ਼ਡ ਬੋਡੀ ਬਣੀ ਆ ਉਹ ਕਿਹੜੀ ਬੋਡੀ ਸੀ? UN ਦੀ, ਉਹ ਸੀਗੀ ILO, ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ। ਦੈਨ ਆਪਣੇ ਕੋਲ ਇਹਦੇ ਹੈੱਡਕੁਆਟਰ ਦੀ ਗੱਲ ਕਰੀਏ ਤਾਂ ਹੈੱਡਕੁਆਟਰ ਹੈ ਜਿਨੇਵਾ, ਸਵਿਟਜ਼ਰਲੈਂਡ, ਇੰਪੋਰਟੈਂਟ। ਇਹ ਵੀ ਪੁੱਛਿਆ ਜਾ ਸਕਦਾ ਪੇਪਰ ਦੇ ਵਿੱਚ ਤੁਹਾਨੂੰ। ਤੇ ਕਰੰਟਲੀ ਇਹਦੇ ਟੋਟਲ ਮੈਂਬਰਸ ਨੇਸ਼ਨਸ ਨੇ 187, ਜਿਹਦੇ ਚੋਂ 186 ਉਹ ਮੈਂਬਰ ਨੇ ਜਿਹੜੇ ਯੂਨਾਈਟਿਡ ਨੇਸ਼ਨ ਦੇ ਮੈਂਬਰ ਨੇ। ਇੱਕ ਮੈਂਬਰ ਆ ਜਿਹੜਾ ਕੁੱਕ ਆਈਲੈਂਡ, ਉਹ UN ਦਾ ਮੈਂਬਰ ਨਹੀਂ ਹੈ। ਦੈਨ ਨੈਕਸਟ ਇਜ਼ ILO ਹੈਜ਼ 8 ਕੋਰ ਕਨਵੈਨਸ਼ਨਸ, ਵੈਰੀ ਇੰਪੋਰਟੈਂਟ। ਜਿਹੜੀ ਇੱਕ ਕਨਵੈਨਸ਼ਨ, ਦੋ ਕਨਵੈਨਸ਼ਨ 2018 ਚ ਪੁੱਛੀਆਂ ਗਈਆਂ ਸੀ, ਤੇ ਇਹ ਵੀ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਨੇ ਕਿਉਂਕਿ ਇਹ ਰੀਸੈਂਟਲੀ ਹੁਣ ਨਿਊਜ਼ ਦੇ ਵਿੱਚ ਹੈ। ਇੱਕ ਤਾਂ ਇਹਨਾਂ ਨੇ ਨਵੀਂ ਡੈਕਲੇਰੇਸ਼ਨ ਅਡਾਪਟ ਕੀਤੀ ਹੈ, ਠੀਕ ਹੈ ਜੀ। ਸੋ ਉਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ। ਇੰਪੋਰਟੈਂਟ ਕਿਹੜੀਆਂ ਕਨਵੈਨਸ਼ਨ ਨੇ 8 ਦੇ ਵਿੱਚੋਂ? ਕਨਵੈਨਸ਼ਨ ਦੇ ਨੰਬਰ ਨੇ, ਜਿਵੇਂ ਪਹਿਲਾਂ ਕਨਵੈਨਸ਼ਨ ਨੰਬਰ 29 ਐਂਡ 105 ਹੈਗੀ ਆ ਫੋਰਸਡ ਲੇਬਰ ਦੇ ਨਾਲ। 29 ਐਂਡ 105 ਇਜ਼ ਵਿਦ ਫੋਰਸਡ ਲੇਬਰ। ਦੈਨ ਕਨਵੈਨਸ਼ਨ ਨੰਬਰ 100 ਇਜ਼ ਔਨ ਇਕੁਅਲ ਰੈਮੂਨਰੇਸ਼ਨ, ਠੀਕ ਹੈ ਜੀ, ਫॉर ਮੇਲ ਐਂਡ ਫੀਮੇਲ ਲਈ ਕਹਿ ਲਓ। ਤੇ ਦੈਨ ਕਨਵੈਨਸ਼ਨ 138 ਐਂਡ 182 ਔਨ ਚਾਈਲਡ ਲੇਬਰ। ਇਹ ਪੁੱਛਿਆ ਗਿਆ ਸੀ 2018 ਦੇ ਵਿੱਚ ਕਿ ਕਨਵੈਨਸ਼ਨ ਨੰਬਰ 138 ਤੇ 182 ਕਾਹਦੇ ਨਾਲ ਰਿਲੇਟਡ ਹੈ? ਦੋਨੋਂ ਚਾਈਲਡ ਲੇਬਰ ਦੇ ਨਾਲ ਰਿਲੇਟਡ ਨੇ। ਕਨਵੈਨਸ਼ਨ ਨੰਬਰ 87 ਇਜ਼ ਔਨ ਫਰੀडम ਆਫ ਐਸੋਸੀਏਸ਼ਨ। ਇਹ ਇੰਪੋਰਟੈਂਟ ਨੇ ਸਾਡੇ ਲਈ ਇਸ ਵਾਰੀ। ਇੱਕ ਤਾਂ ਇਕੁਅਲ ਰੈਮੂਨਰੇਸ਼ਨ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਇੱਕ 87ਵੀਂ ਨੰਬਰ ਜਿਹੜੀ ਫਰੀडम ਆਫ ਐਸੋਸੀਏਸ਼ਨ ਦੀ ਗੱਲ ਕਰਦੀ ਹੈ, ਕਿਉਂਕਿ ਤੇ ਇੱਕ ਆਪਣੇ ਕੋਲ ਕਲੈਕਟਿਵ ਬਾਰਗੇਨਿੰਗ 98। ਤਿੰਨੋਂ ਕਨਵੈਨਸ਼ਨਸ ਇੰਪੋਰਟੈਂਟ ਨੇ, ਪੇਪਰ 'ਚ ਪੁੱਛੀਆਂ ਜਾ ਸਕਦੀਆਂ ਨੇ, ਬਿਕੋਜ਼ ਜਿਹੜੀ ਸਿੰਗਾਪੁਰ ਡੈਕਲੇਰੇਸ਼ਨ ਆ ਉਹਦੇ ਅੰਡਰ ਇਹਨਾਂ ਤਿੰਨੋਂ ਪ੍ਰੋਵੀਜ਼ਨਸ ਦੀ ਗੱਲ ਕੀਤੀ ਗਈ ਹੈ। ਇੱਕ ਤਾਂ ਇਕੁਅਲ ਰੈਮੂਨਰੇਸ਼ਨ ਦੀ ਗੱਲ ਕੀਤੀ ਗਈ ਹੈ ਕਿਉਂਕਿ ਆਪਾਂ ਕਹਿੰਦੇ ਜੈਂਡਰ ਗੈਪ ਨੂੰ ਘੱਟ ਕਰਨਾ। ਫਿਰ ਆਪਣੇ ਕੋਲੇ ਲੇਬਰ ਨੂੰ, ਉਹਨਾਂ ਦੀਆਂ ਰਾਈਟਸ ਨੂੰ ਪ੍ਰੋਟੈਕਟ ਕਰਨ ਦੇ ਲਈ ਇਹਨਾਂ ਨੇ ਗੱਲ ਕੀਤੀ ਹੈ ਫਰੀडम ਆਫ ਐਸੋਸੀਏਸ਼ਨ ਦੀ। ਜਿਵੇਂ ਮੈਂ ਤੁਹਾਨੂੰ ਪਹਿਲਾਂ ਉਹਦੀਆਂ ਜੋ 10 ਪੁਆਇੰਟਸ ਨੇ ਉਹਨਾਂ ਦੇ ਵਿੱਚੋਂ 3 ਪੁਆਇੰਟਸ ਇਹ ਨੇ, ਜੈਂਡਰ ਗੈਪ ਘਟਾਉਣਾ ਮਤਲਬ ਇਕੁਅਲ ਰੈਮੂਨਰੇਸ਼ਨ, ਤਾਂ ਸਾਡੇ ਲਈ ਕਨਵੈਨਸ਼ਨ ਨੰਬਰ 100 ਆ ਜਿਹੜੀ ਉਹ ਇੰਪੋਰਟੈਂਟ ਹੋ ਜਾਂਦੀ ਹੈ, ਠੀਕ ਹੈ ਜੀ। ਫਿਰ ਇਹਨਾਂ ਨੇ ਗੱਲ ਕੀਤੀ ਹੈ ਫਰੀडम ਆਫ ਐਸੋਸੀਏਸ਼ਨ ਦੀ ਪਲੱਸ ਕਲੈਕਟਿਵ ਬਾਰਗੇਨਿੰਗ ਦੀ। ਤਾਂ ਜਿਹੜੀ ਕਨਵੈਨਸ਼ਨ ਨੰਬਰ 87 ਹੈ ਤੇ 98 ਹੈ, ਇਹ ਵੀ ਸਾਡੇ ਲਈ ਇੰਪੋਰਟੈਂਟ ਹੋ ਜਾਂਦੀਆਂ ਨੇ। ਤਿੰਨੋਂ ਕਨਵੈਨਸ਼ਨਸ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਪੇਪਰ 'ਚ ਪੁੱਛੀਆਂ ਜਾ ਸਕਦੀਆਂ ਇਹ। ਫਿਰ ਆਪਾਂ ਗੱਲ ਕਰਦੇ ਹਾਂ ਇੰਡੀਆ ਤੇ ILO ਦੀ। ਇੰਡੀਆ ਐਂਡ ਇੰਡੀਅਨ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ। ਇੰਡੀਆ ਵਾਜ਼ ਅਮੰਗ ਦਾ ਫਾਊਂਡਿੰਗ ਮੈਂਬਰ ਆਫ ILO। ਜਿਹੜੇ ILO ਦੇ ਫਾਊਂਡਿੰਗ ਮੈਂਬਰਸ ਸੀ ਉਹਨਾਂ ਦੇ ਵਿੱਚੋਂ ਇੰਡੀਆ ਇੱਕ ਸੀ, ਵੈਰੀ ਇੰਪੋਰਟੈਂਟ। ਮੋਸਟ ਇੰਪੋਰਟੈਂਟ ਜਿਹੜਾ ਫੈਕਟ ਸਾਡੇ ਲਈ ਰੈਲੇਵੈਂਟ ਹੈ, ਦੈਟ ਇਜ਼ ਆਊਟ ਆਫ 8 ਕਨਵੈਨਸ਼ਨਸ, ਜਿਹੜੀਆਂ ਆਪਾਂ 8 ਕਨਵੈਨਸ਼ਨਸ ਪੜ੍ਹੀਆਂ ਨੇ ਉਹਨਾਂ ਦੇ ਵਿੱਚੋਂ ਇੰਡੀਆ ਨੇ 2 ਕਨਵੈਨਸ਼ਨਸ ਨੂੰ ਹਲੇ ਤੱਕ ਰੈਟੀਫਾਈ ਨਹੀਂ ਕੀਤਾ, ਠੀਕ ਹੈ ਜੀ। ਅਸੀਂ 6 ਕਨਵੈਨਸ਼ਨਸ ਨੂੰ ਰੈਟੀਫਾਈ ਕੀਤਾ, 2 ਨੂੰ ਨਹੀਂ ਕੀਤਾ। 2 ਕਿਹੜੀਆਂ ਨੇ? ਜਿਹੜੀਆਂ 2 ਦੀ ਗੱਲ ਹੋਈ ਆ ਸਿੰਗਾਪੁਰ ਚਾਰਟਰ ਦੇ ਅੰਡਰ। ਇੱਕ ਤਾਂ ਹੈਗੀ ਆ ਫਰੀडम ਆਫ ਐਸੋਸੀਏਸ਼ਨ, ਜਿਹੜੀ ਸਾਡੀ ਕਨਵੈਨਸ਼ਨ ਆ 87ਵੀਂ। ਇੱਕ ਹੈਗੀ ਹੈ ਜੀ ਕਲੈਕਟਿਵ ਬਾਰਗੇਨਿੰਗ, ਜਿਹੜੀ ਹੈਗੀ 98। ਇਹ ਦੋਨਾਂ ਕਨਵੈਨਸ਼ਨ ਨੂੰ ਇੰਡੀਆ ਨੇ ਹਲੇ ਤੱਕ ਰੈਟੀਫਾਈ ਨਹੀਂ ਕੀਤਾ, ਠੀਕ ਹੈ, ਧਿਆਨ 'ਚ ਰੱਖਿਓ, ਇਹ ਪੁੱਛਿਆ ਜਾ ਸਕਦਾ ਹੈ। ਤੇ ਹੁਣ ਆਪਾਂ ਜੋ ਸਾਡਾ ਕੁਐਸਚਨ ਸੀ ਉਹਦੀ ਗੱਲ ਕਰ ਲੈਂਦੇ ਹਾਂ ਜੀ। ਪਹਿਲਾਂ ਤਾਂ ਹੋਈ ਗਿਆ ਵੀ ਉਹ 138 ਤੇ 182
ਦੋਨੋਂ ਕਨਵੈਨਸ਼ਨਸ ਚਾਈਲਡ ਲੇਬਰ ਦੇ ਨਾਲ ਰਿਲੇਟਡ ਨੇ। ਜਿਹੜਾ यूपीएससी ਨੇ 2018 ਚ ਪੁੱਛਿਆ ਸੀ, ਠੀਕ ਹੈ ਜੀ, ਇਹ ਹੋ ਗਿਆ ਚਾਈਲਡ ਲੇਬਰ। ਤੇ ਵਿਚ ਆਫ ਦਾ ਫੋਲੋਇੰਗ ਰਿਪੋਰਟਸ ਆਰ ਪਬਲਿਸ਼ਡ ਬਾਈ ILO, ਇਹ ਮੈਂ ਨੀਚੇ ਤਾਂ ਨਹੀਂ ਲਿਖਿਆ, ਮੈਂ ਕਿਹਾ ਚਲੋ ਇੱਥੇ ਹੀ ਕਵਰ ਹੋ ਜਾਣਾ, ਤੁਹਾਨੂੰ ਪਤਾ ਲੱਗ ਜੂ। ਇਹ ਵਰਲਡ ਇੰਪਲੋਇਮੈਂਟ ਐਂਡ ਸੋਸ਼ਲ ਆਊਟਲੁੱਕ ਬਾਈ ILO, ਗਲੋਬਲ ਵੇਜ ਰਿਪੋਰਟ ਬਾਈ ILO, ਵਰਲਡ ਵਰਕ ਰਿਪੋਰਟ ਬਾਈ ILO। ਇਹ ਤਿੰਨੋਂ ਰਿਪੋਰਟਸ ਨੇ ਜਿਹੜੀਆਂ, ਇਹ ਤਿੰਨੋਂ 1, 2 ਐਂਡ 4, these 4 are published by ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ, ਠੀਕ ਹੈ। ਤੇ ਜਿਹੜੀ ਸਾਡੀ ਇੰਟਰਨੈਸ਼ਨਲ ਮਾਈਗ੍ਰੇਸ਼ਨ ਆਊਟਲੁੱਕ ਆ, ਇਸ ਰਿਪੋਰਟ ਨੂੰ ਪਬਲਿਸ਼ ਕਰਦਾ ਜੀ OECD, ਠੀਕ ਹੈ। ਧਿਆਨ ਰੱਖਿਓ, ਇੰਟਰਨੈਸ਼ਨਲ ਮਾਈਗ੍ਰੇਸ਼ਨ ਆਊਟਲੁੱਕ ਬਾਈ OECD, ਤੇ ਬਾਕੀ ਦੀਆਂ ਇਹ ਤਿੰਨ ਰਿਪੋਰਟਸ ਨੇ, ਵਰਲਡ ਇੰਪਲੋਇਮੈਂਟ ਐਂਡ ਸੋਸ਼ਲ ਆਊਟਲੁੱਕ, ਗਲੋਬਲ ਵੇਜ ਰਿਪੋਰਟ ਐਂਡ ਵਰਲਡ ਆਫ ਵਰਕ ਰਿਪੋਰਟ। ਆਲ 3 ਆਰ ਰਿਲੀਜ਼ਡ ਬਾਏ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ। ਵੈਰੀ ਇੰਪੋਰਟੈਂਟ, ਕਿਉਂਕਿ ਰੀਸੈਂਟਲੀ ਇਹਨਾਂ ਨੇ ਨਵਾਂ ਚਾਰਟਰ, ਨਵੀਂ ਇੱਕ ਡੈਕਲੇਰੇਸ਼ਨ ਅਡਾਪਟ ਕੀਤੀ, ਤਾਂ ਸਾਡੇ ਲਈ ILO ਦੀ ਜੋ ਵੀ ਮਾਈਨਿਊਟ ਡਿਟੇਲਸ ਨੇ ਉਹ ਸਾਡੇ ਲਈ ਇੰਪੋਰਟੈਂਟ ਹੋ ਜਾਂਦੀਆਂ, ਠੀਕ ਹੈ। ਚਲੋ ਹੁਣ ਇਹ ਸਾਡਾ ਅੱਜ ਦੀ ਜੋ ਕਰੰਟ ਅਫੇਅਰਸ ਦੀ ਕਲਾਸ ਸੀ, ਤੇ ਹੁਣ 10 ਮਿੰਟ ਦੇ ਵਿੱਚ ਆਪਾਂ ਪੰਜਾਬ GK ਦੀ ਕਲਾਸ ਸਟਾਰਟ ਕਰਾਂਗੇ। ਸੋ ਉਦੋਂ ਤੱਕ ਥੈਂਕ ਯੂ ਜੀ, ਫਿਰ ਆਪਾਂ ਦੁਬਾਰਾ ਕਲਾਸ ਸਟਾਰਟ ਕਰਾਂਗੇ। ਓਕੇ ਜੀ, ਥੈਂਕ ਯੂ।